ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ। ਸ਼੍ਰੀ ਗੁਰੂ ਰਾਮ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਮਨਾਓ ਤੇਗ ਬਹਾਦਰ ਪਰਮ ਪਰਮ। ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁਨ ਪੁਨ ਸਾਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਸਿੱਖਨ ਕੋ ਤੋ ਮਰਨੇ ਚਾਓ। ਸਿੱਖਨ ਲਭਿਓ ਤਵ ਸੋ ਦਾਓ। ਸਿੱਖਨ ਨੇ ਪੀ ਜਾਨ ਬਿਸਾਰੀ। ਕਰੇ ਸਿੱਖ ਸ਼ਹੀਦਨ ਸਿਉ ਤਿਆਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਤਨਤਾ ਦੇ ਪਾਤਰ ਹੋ ਕੇ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਜੁੜ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ। ਗੁਰੂ ਖਾਲਸੇ ਪੰਥ ਦੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸ਼੍ਰੀ ਗੁਰ ਪੰਥ ਪ੍ਰਕਾਸ਼ ਦੀ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਹਾਤਾ ਦੋਨੇ ਚੰਦ ਜਦੋਂ ਗੁਰਦਾਸ ਨੰਗਲ ਦੀ ਗੜੀ ਵੀ ਕਿਹਾ ਜਾਂਦਾ ਪ੍ਰਸਿੱਧ ਨਾਂ। ਲਾਹੌਰ ਦਾ ਸੂਬੇਦਾਰ ਅਬਦੁਲ ਸਮੁੰਦ ਖਾਂ ਜਿਹੜਾ ਜ਼ਕਰੀਏ ਖਾਂ ਦਾ ਬਾਪ ਸੀ, ਬਾਦਸ਼ਾਹ ਫਰਖਸ਼ੀਰ ਦੇ ਹੁਕਮ ਨਾਲ ਫੌਜਾਂ ਲੈ ਕੇ ਇੱਥੇ ਲੜਨ ਵਾਸਤੇ ਪਹੁੰਚਿਆ। ਗੁਰਦਾਸ ਨੰਗਲ ਦੀ ਕੱਚੀ ਗੜੀ ਹੈ ਜਿਸ ਦੇ ਅੰਦਰ ਬਾਬਾ ਬੰਦਾ ਸਿੰਘ ਜੀ ਬਹਾਦਰ ਆਪਣੇ ਸਾਥੀਆਂ ਸਮੇਤ ਵੈਰੀ ਦਲ ਦਾ ਮੁਕਾਬਲਾ ਕਰ ਰਹੇ ਨੇ। ਬਾਹਰਲੇ ਪਾਸੇ ਇੱਕ ਛੋਟੀ ਖਾਈ ਹੈ। ਵੈਰੀਆਂ ਨੂੰ ਇੱਕ ਵਾਰੀ ਚਣੇ ਚਬਾਏ ਹਨ। ਮਨ ਵਿੱਚ ਦੁਸ਼ਮਣਾਂ ਦੇ ਭੈ ਵੀ ਹੈ, ਪਰ ਬਾਹਰੋਂ ਹੌਸਲਾ ਕਰਕੇ ਅੰਦਰ ਲੜਨ ਵਾਸਤੇ ਪਹੁੰਚਦੇ ਹੈ।
ਮਾਰਚ ਮਹੀਨੇ ਵਿੱਚ ਤਕਰੀਬਨ ਘੇਰਾਬੰਦੀ ਹੁੰਦੀ ਹੈ। ਦਸੰਬਰ ਤੱਕ ਤਕਰੀਬਨ 7 ਮਹੀਨੇ 8 ਮਹੀਨੇ ਇਹ ਜੰਗ ਹੁੰਦਾ ਰਿਹਾ। ਅੰਦਰ ਸਿੰਘਾਂ ਦੀ ਦਸ਼ਾ ਅੱਗੇ ਕਥਾ ਆਵੇਗੀ। ਭੁੱਖ ਦੇ ਡਾਢੇ ਦੁੱਖ ਕਰਕੇ ਬੜੀ ਵਿਆਕੁਲ ਹੈ, ਪਰ ਕਲਗੀਧਰ ਦੇ ਪਾਏ ਪੂਰਨਿਆਂ ਤੇ ਬਹਾਦਰ ਯੋਧੇ ਚੱਲ ਰਹੇ ਨੇ। ਬੇਅੰਤ ਫੌਜਾਂ ਨੇ ਜਦੋਂ ਹਮਲਾ ਕੀਤਾ, ਗੜੀ ਨੂੰ ਪੌੜੀਆਂ ਲਾ ਕੇ ਚੜ੍ਹ ਕੇ ਅੰਦਰ ਵੜਨ ਦਾ ਯਤਨ ਕੀਤਾ। ਸਿੰਘਾਂ ਨੇ ਮਾਰ-ਮਾਰ ਤਲਵਾਰਾਂ ਦੇ ਨਾਲ ਇਹਨਾਂ ਦੇ ਡੱਕਰੇ ਕਰ ਦਿੱਤੇ। ਭਾਵੇਂ ਕਿ ਭੁੱਖ ਦੇ ਦੁੱਖ ਨਾਲ ਬੜੇ ਵਿਆਕੁਲ ਨੇ, ਸਰੀਰ ਹੱਡਾਂ ਦੀਆਂ ਮੁੱਠਾਂ ਹੋ ਗਈਆਂ ਨੇ, ਪਰ ਲੜਨ ਵਾਸਤੇ ਫਿਰ ਪਤਾ ਨਹੀਂ ਕਿੱਥੋਂ ਇਹਨਾਂ ਅੰਦਰ ਐਸਾ ਚਾਅ ਪੈਦਾ ਹੋ ਜਾਂਦਾ ਹੈ। ਉਹ ਕਥਾ ਆਪ ਜੀ ਸਰਵਣ ਕਰ ਰਹੇ ਹੋ। ਭਾਈ ਸਾਹਿਬ ਭਾਈ ਰਤਨ ਸਿੰਘ ਜੀ ਇਹ ਕਥਾ ਲਿਖ ਰਹੇ ਨੇ। ਇਸ ਪਵਿੱਤਰ ਗ੍ਰੰਥ ਦਾ ਨਾਮ ਹੈ ਸ਼੍ਰੀ ਗੁਰ ਪੰਥ ਪ੍ਰਕਾਸ਼। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਖਾਲਸੇ ਪੰਥ ਦਾ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਿੱਖਨ ਕੋ ਤੋ ਮਰਨੇ ਚਾਓ। ਗੁਰੂ ਕੇ ਸਿੱਖ ਜਿਹੜੇ ਨੇ ਉਹਨਾਂ ਨੂੰ ਤਾਂ ਮਰਨ ਦਾ ਚਾਅ ਹੈ, ਮੌਤ ਦਾ ਖੌਫ ਹੀ ਨਹੀਂ। ਵੈਰੀ ਜਿਹੜੇ ਲੜਦੇ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਪਿਆਰੀ ਆ ਤੇ ਜੀਵਨ ਪਿਆਰਾ ਕਰਕੇ ਲੜਦੇ ਨੇ। ਸਤਿਗੁਰਾਂ ਦੇ ਜਿਹੜੇ ਯੋਧੇ ਹਨ, ਬਹਾਦਰ ਹਨ, ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੇ ਨਾਲ ਜਿਹੜੇ ਇਸ ਵਕਤ ਖੜੇ ਨੇ, ਉਹਨਾਂ ਅੰਦਰ ਮਰਨ ਦਾ ਚਾਅ ਹੈ ਔਰ ਬਿਨਾਂ ਖੌਫ ਤੋਂ ਜੰਗ ਦੇ ਮੈਦਾਨ ਵਿੱਚ ਲੜਦੇ ਹਨ। ਸਿੱਖਨ ਲੱਭਿਓ ਤਵ ਸੋ ਦਾਓ। ਕਹਿੰਦੇ ਮਰਨ ਦਾ ਚਾਅ ਸੀ ਸਿੰਘਾਂ ਵਿੱਚ ਤੇ ਦਾ ਲੱਗ ਗਿਆ ਸਿੰਘਾਂ ਦਾ। ਹੁਣ ਮੌਕਾ ਮਿਲ ਗਿਆ। ਇਹੋ ਜਿਹਾ ਮੌਕਾ ਕਿੱਥੇ ਲੱਭਣਾ? ਰਣ ਤੱਤੇ ਵਿੱਚ ਜੰਗ ਦੇ ਮੈਦਾਨ 'ਚ ਜਬ ਆਵ ਕੀ ਔਧ ਨਿਦਾਨ ਬਨੈ ਆਤ ਹੀ ਰਣ ਮੈਂ ਤਬ ਜੂਝ ਮਰੋ। ਇਹੋ ਜਿਹਾ ਮੌਕਾ ਕੋਈ ਬਾਰ-ਬਾਰ ਲੱਭਦਾ? ਉਹ ਮੌਕਾ ਸਿੰਘਾਂ ਨੂੰ ਆਣ ਮਿਲਿਆ ਹੈ। ਸਿੱਖਨ ਨੇ ਪੀ ਜਾਨ ਬਿਸਾਰੀ। ਸਿੰਘਾਂ ਨੇ ਵੀ ਆਪਣੇ ਜਾਨ ਦਾ ਜਿਹੜਾ ਪਿਆਰ ਸੀ ਉਹ ਆਪਣੇ ਹਿਰਦੇ ਚੋਂ ਵਿਸਾਰ ਦਿੱਤਾ। ਕਰੇ ਸਿੱਖ ਸ਼ਹੀਦਨ ਸਿਉ ਤਿਆਰੀ। ਹੁਣ ਸਿੰਘਾਂ ਨੂੰ ਸ਼ਹੀਦੀ ਫੌਜਾਂ ਦੇ ਦਰਸ਼ਨ ਹੁੰਦੇ ਆ, ਬੜੇ ਬੜੇ ਮਹਾਨ ਸ਼ਹੀਦ ਨਜ਼ਰ ਆਉਂਦੇ ਆ। ਉਹਨਾਂ ਸ਼ਹੀਦਾਂ ਨੂੰ ਵੇਖ ਕੇ ਇਹਨਾਂ ਅੰਦਰ ਵੀ ਚਾਅ ਪੈਦਾ ਹੁੰਦਾ ਵੀ ਨਾ ਸ਼ਹੀਦਾਂ ਨਾਲ ਅਸੀਂ ਵੀ ਜਾ ਰਲੀਏ। ਉਹਨਾਂ ਸ਼ਹੀਦਾਂ ਨਾਲ ਜਾਣ ਦਾ ਮਨ 'ਚ ਫੁਰਨਾ ਕਰਦੇ ਨੇ, ਚੱਲਣ ਦੀ ਤਿਆਰੀ ਕਰਦੇ ਹਨ। ਸਰੀਰ ਚੀਰ ਕੀ ਪੀਰ ਨ ਜਾਣੇ। ਜੇ ਸਰੀਰ ਉੱਤੇ ਕੋਈ ਚੀਰ ਲੱਗਦਾ ਹੈ, ਕਿਸੇ ਸ਼ਸਤਰ ਦਾ ਫੱਟ ਵੱਜਦਾ ਹੈ, ਗੋਲੀ ਵੱਜਦੀ ਹੈ, ਤੀਰ ਵੱਜਦਾ ਹੈ, ਤਾਂ ਉਹਦੀ ਪੀੜਾ ਨੂੰ ਪੀੜਾ ਕਰਕੇ ਨਹੀਂ ਮੰਨਦੇ। ਮਾਰੇ ਸ਼ਸਤਰ ਮਰਨ ਮਨ ਮਾਣੇ। ਜੰਗ ਦੇ ਮੈਦਾਨ ਦੇ ਵਿੱਚ ਆਪਣੇ ਹਿਰਦੇ 'ਚ ਮਰਨਾ ਮੰਡ ਕੇ ਸ਼ਸਤਰ ਚਲਾਉਂਦੇ ਤੇ ਵੈਰੀਆਂ ਨੂੰ ਕੱਟਦੇ ਹਨ। ਤੁਰਕ ਆਏ ਤੇ ਲੁੱਟਣ ਮਾਲ। ਉਹਨੇ ਤੁਰਕ ਤਾਂ ਲੁੱਟਣ ਆਏ ਸੀ ਵੀ ਸਿੰਘਾਂ ਕੋਲ ਬੜਾ ਖਜ਼ਾਨਾ। ਇਹਨਾਂ ਨੂੰ ਇਹ ਵਹਿਮ ਸੀ ਕਿ ਅੰਦਰ ਸਿੰਘਾਂ ਕੋਲ ਬੜੀਆਂ ਸੋਨੇ ਦੀਆਂ ਸ਼ਰਫੀਆਂ ਨੇ, ਸੋਨੇ ਦੇ ਬੜੇ ਗਹਿਣੇ ਨੇ। ਇਹ ਤਾਂ ਸਿੰਘਾਂ ਨੂੰ ਲੁੱਟਣ ਵਾਸਤੇ ਆਏ ਸਨ। ਐਸੋ ਪਇਓ ਉਨੇ ਕੋ ਹਵਾਲ। ਪਰ ਉਹਨਾਂ ਤੁਰਕਾਂ ਦਾ ਇਹੋ ਜਿਹਾ ਹਵਾਲ ਹੋਇਆ, ਉਹਨਾਂ ਦੀ ਇਹੋ ਜੀ ਦਸ਼ਾ ਹੋਈ ਦੁਸ਼ਮਣਾਂ ਦੀ। ਜਿਤ ਵੱਲ ਤੱਕੇ ਸਿੱਖ ਉਤ ਵੱਲ ਖੜੇ। ਜਿਹੜੇ ਪਾਸੇ ਵੀ ਹਮਲਾ ਕਰਨ ਦਾ ਯਤਨ ਕਰਦੇ ਨੇ ਮਲੇਛ, ਸਿੰਘ ਉਧਰੋਂ ਹੀ ਅੱਗੇ ਆਣ ਖਲੋਂਦੇ ਹਨ, ਉਧਰੋਂ ਹੀ ਅੱਗੋਂ ਤਿਆਰ ਬਰ ਤਿਆਰ ਹੋ ਕੇ ਜਕਾਰਾ ਗਜਾ ਦਿੰਦੇ ਹਨ। 10 ਪੰਜਨ ਸਿਓ ਇੱਕ ਸਿੱਖ ਲੜੇ। ਤੁਰਕਾਂ ਦੇ 10 15 20 ਬੰਦੇ ਹੁੰਦੇ ਆ। ਇਧਰੋਂ ਸਿੰਘਾਂ ਵੱਲੋਂ ਇੱਕੋ ਹੀ ਉਹਨਾਂ ਦੇ ਨਾਲ ਲੜਨ ਵਾਸਤੇ ਅੱਗੇ ਆ ਖਲੋਂਦਾ। ਟਪ ਟਪ ਸਿੱਖ ਕੰਧਨ ਤੇ ਪਾਵੇਂ। ਸਿੰਘ ਦੀਵਾਰਾਂ ਤੋਂ ਗੜੀ ਤੋਂ ਟੱਪ ਕੇ ਬਾਹਰ ਆ ਜਾਂਦੇ ਹਨ। ਲੜਨ ਦਾ ਇੰਨਾ ਚਾਅ ਕਿ ਜੰਗ ਦੇ ਮੈਦਾਨ ਵਿੱਚ ਕਈ ਵਾਰੀ ਦੀਵਾਰਾਂ ਤੋਂ ਟੱਪ ਕੇ ਅੱਗੇ ਆ ਜਾਂਦੇ ਹਨ। ਤੁਰਕਨ ਮਾਰੇ
ਪਿੱਛੇ ਨਾ ਆਵੇਂ। ਔਰ ਵੈਰੀਆਂ ਨੂੰ ਮਲੇਛਾਂ ਨੂੰ ਜੰਗ ਦੇ ਮੈਦਾਨ 'ਚ ਮਾਰਦਿਆਂ ਸਿੰਘ ਆਪਣੇ ਪੈਰ ਹਿਲਾ ਕੇ ਪਿੱਛੇ ਨਹੀਂ ਜਾਂਦੇ, ਅਗਾਂਹ ਹੀ ਵੱਧਦੇ ਨੇ। ਅਗਾਹਾਂ ਕੋ ਕੁਤਰਾਗ, ਅਗਾਂਹ ਵਾਸਤੇ ਜੰਗ ਦੇ ਮੈਦਾਨ ਦੇ ਵਿੱਚ ਅੱਗੇ ਹੀ ਵੱਧਦੇ ਹਨ। ਤੁਰਕ ਬਚਿਓ ਸੋ ਮੁੜ ਪਇਓ। ਜਿਹੜੇ ਤੁਰਕ ਬਚੇ ਉਹ ਵਾਪਸ ਮੁੜ ਗਏ, ਵਾਪਸ ਹਟ ਗਏ। ਪਹਿਲਾਂ ਹੱਲਾ ਕੀਤਾ ਜ਼ੋਰ ਦਾ, ਹੱਲੇ ਕਈ ਹੋਏ। ਜਿਹੜਾ ਤੁਰਕ ਕੋਈ ਬਚਿਆ ਉਹ ਹੁਣ ਵਾਪਸ ਪਿੱਛੇ ਮੁੜ ਗਿਆ। ਐਸਾ ਯੁੱਧ ਉਹਾਂ ਕੁਛ ਪਇਓ। ਇਹੋ ਜਿਹਾ ਯੁੱਧ, ਇਹੋ ਜਿਹਾ ਜੰਗ ਉਸ ਜਗ੍ਹਾ ਤੇ ਮਚਿਆ ਹੋਇਆ। ਲੋਥਨ ਉਪਰ ਲੋਥ ਸੋ ਪਰੀ। ਲੋਥਾਂ ਦੇ ਉੱਤੇ ਲੋਥਾਂ ਡਿੱਗੀਆਂ ਪਈਆਂ ਹਨ, ਲਾਸ਼ਾਂ ਉੱਤੇ ਲਾਸ਼ਾਂ ਪਈਆਂ ਹਨ। ਗੋਣਨ ਪਰ ਜਨ ਗੋਣ ਸੋ ਧਰੀ। ਕਹਿੰਦੇ ਜਿਵੇਂ ਇੱਕ ਗੌਣ ਤੇ ਦੂਜੀ ਗੌਣ ਧਰੀ ਹੁੰਦੀ, ਯਾਨੀ ਕਿ ਪੰਡ। ਗੌਣ ਕਹਿੰਦੇ ਨੇ ਪੰਡ ਨੂੰ, ਭਰੀ ਨੂੰ। ਕਹਿੰਦੇ ਜਿਵੇਂ ਇੱਕ ਪੰਡ ਰੱਖੀ ਹੋਵੇ ਭਰ ਕੇ, ਉਹਦੇ ਤੇ ਦੂਜੀ ਰੱਖ ਦਿਓ, ਏਦਾਂ ਲਾਸ਼ਾਂ ਦੇ ਉੱਤੇ ਲਾਸ਼ਾਂ ਡਿੱਗੀਆਂ ਪਈਆਂ ਹਨ। ਦੋਹਰਾ ਤੁਰਕਨ ਲਾਗੇ ਜ਼ਖਮ ਇੱਕ, ਮੁੜ ਡੇਰਨ ਨੱਠੇ ਚਾਰ। ਜਿਹੜੇ ਕਿਸੇ ਇੱਕ ਅੱਧੇ ਤੁਰਕ ਨੂੰ ਜ਼ਖਮ ਲੱਗਦਾ ਨਾ, ਸਿੰਘਾਂ ਦੇ ਵੱਲੋਂ ਚਲਾਏ ਹਥਿਆਰ ਨਾਲ, ਕਿਸੇ ਇੱਕ ਤੁਰਕ ਨੂੰ ਜ਼ਖਮ ਲੱਗਦਾ, ਉਹਨੂੰ ਚੁੱਕ ਕੇ ਚਾਰ ਜਣੇ ਪਿੱਛੇ ਦੌੜਦੇ ਆ। ਭਾਵੇਂ ਤੇ ਇਕੱਲਾ ਬੰਦਾ ਵੀ ਲਿਜਾ ਸਕਦਾ ਜ਼ਖਮੀ ਨੂੰ, ਪਰ ਬਹਾਨੇ ਨਾਲ ਵੀ ਅਸੀਂ ਤਾਂ ਜ਼ਖਮੀ ਛੱਡਣ ਚੱਲੇ ਆ, ਇੱਕ ਨੂੰ ਜ਼ਖਮ ਲੱਗਦਾ, ਉਹਨੂੰ ਚਾਰ ਜਣੇ ਚੁੱਕ ਕੇ ਪਿੱਛੇ ਨੱਠਦੇ ਹਨ। ਕੋ ਚੱਕੈ ਬੰਦੇ ਕੋ ਦੋਏ, ਇਮਹੀ ਤੁਰੇ ਹੋਏ ਨਾਰ। ਇੱਕ ਚੁੱਕਦਾ, ਦੂਜਾ ਕਹਿੰਦਾ ਮੈਂ ਜ਼ਖਮ ਬੰਨ ਕੇ ਨਾਲ ਸੀਪ ਰਿਆਂ, ਤੀਜਾ ਕਹਿੰਦਾ ਚਲੋ ਮੈਂ ਵੀ ਮਦਦ ਕਰਦਾ, ਚੌਥਾ ਕਹਿੰਦਾ ਚਲੋ ਮੈਂ ਵੀ ਨਾਲੇ ਦੀ ਲੱਤ ਫੜ ਲੈਣਾ। ਏਦਾਂ ਚਾਰ ਚਾਰ ਜਣੇ ਇੱਕ ਇੱਕ ਜ਼ਖਮੀ ਨੂੰ ਚੁੱਕ ਕੇ ਭੱਜਣ ਲੱਗ ਪਏ ਉੱਥੋਂ, ਵੀ ਇੱਥੇ ਜੇ ਲੜੇ ਖਲੋ ਕੇ ਤਾਂ ਮਰਨਾ ਪਵੇਗਾ। ਮੌਤ ਦੇ ਖੌਫ ਕਰਕੇ ਇੱਕ ਜ਼ਖਮੀ ਨੂੰ ਚੁੱਕ ਕੇ ਚਾਰ ਚਾਰ ਜਣੇ ਦੌੜਨ ਲੱਗੇ, ਭੱਜਣ ਲੱਗੇ ਬਹਾਨੇ ਨਾਲ। ਜੋ ਪਈ ਥੱਕ ਥੱਕ ਤੁਰਕ ਪਿੱਛੇ ਮੁੜ ਪਏ। ਅਖੀਰ ਨੂੰ ਇਹ ਤੁਰਕ ਥੱਕ ਥੱਕ ਕੇ ਪਿੱਛੇ ਮੁੜ ਗਏ, ਹਟ ਗਏ। ਅੱਗਿਓਂ ਸਿੱਖਨ ਦੰਦ ਖੱਟੇ ਕਏ। ਸਿੰਘਾਂ ਨੇ ਇਹੋ ਜਿਹੇ ਦੰਦ ਖੱਟੇ ਕੀਤੇ ਨਾ ਤੁਰਕਾਂ ਦੇ, ਨਾ ਤਾਂ ਸੋਚਿਆ ਸੀ ਵੀ ਸੌਖਾ ਹੀ ਕੰਮ ਹੋਵੇਗਾ, ਭੁੱਖ ਦੇ ਨਾਲ ਮਾਰੇ ਹੋਏ ਨੇ, ਮਾਰ ਦਿਆਂਗੇ ਜਾ ਕੇ, ਪਰ ਅੱਗੋਂ ਗੁਰੂ ਕੇ ਖਾਲਸੇ ਨੇ, ਸਿੰਘਾਂ ਨੇ ਇਹਨਾਂ ਦੇ ਦੰਦ ਖੱਟੇ ਕਰ ਦਿੱਤੇ। ਤੁਰਕ ਮਨੀ ਤਬ ਅੱਧੀ ਹਾਰ। ਇੱਥੇ ਤੁਰਕਾਂ ਨੇ ਤਕਰੀਬਨ ਆਪਣੀ ਅੱਧੀ ਹਾਰ ਮੰਨ ਲਈ ਕਿ ਅਸੀਂ ਹੁਣ ਹਾਰ ਗਏ ਆ। ਅੱਧੀ ਹਾਰ ਇਹਨਾਂ ਨੇ ਆਪਣੀ ਮੰਨ ਲਈ। ਤਬੇ ਨਿਬਾਬੇ ਕਰੀ ਵਿਚਾਰ। ਅਬਦੁਲ ਸਮੁੰਦ ਖਾਨ ਜਿਹੜਾ ਇਸ ਜੰਗ ਦੀ ਕਮਾਂਡ ਕਰ ਰਿਹਾ ਸੀ ਆਪਣੇ ਸਿਪਾਹੀਆਂ ਦੀ, ਉਹਨੇ ਉਸ ਵੇਲੇ ਵਿਚਾਰ ਕੀਤੀ। ਕਾਹੇ ਲੀਜੇ ਮਰਵਾਏ ਸਿਪਾਹੀ। ਕਹਿੰਦਾ ਆਪਾਂ ਕਿਉਂ ਆਪਣੇ ਸਿਪਾਹੀ ਮਰਵਾਉਂਦੇ ਆ, ਆਪਣੀਆਂ ਫੌਜਾਂ ਕਾਹਨੂੰ ਮਰਵਾ ਰਹੇ ਹਾਂ। ਕਰ ਭੂਖਾ ਇਸ ਲਈਏ ਹਰਾਏ। ਕਹਿੰਦੇ ਬੰਦੇ ਤੇ ਬੰਦੇ ਦੇ ਨਾਲ ਦੇ ਜਿੰਨੇ ਉਹਦੇ ਸਾਥੀ ਨੇ, ਇਹਨਾਂ ਨੂੰ ਭੁੱਖਾ ਕਰਕੇ ਹਰਾਵਾਂਗੇ। ਭੁੱਖੇ ਤਾਂ ਪਹਿਲਾਂ ਹੀ ਨੇ, ਮਾੜਾ ਮੋਟਾ ਸ਼ੇਰ ਪੰਜਾ ਮਾਰ ਕੇ ਲੈ ਜਾਂਦੇ ਆ ਬਾਹਰੋਂ, ਹੁਣ ਉਹ ਵੀ ਇਹਨਾਂ ਦਾ ਬੰਦ ਕਰ ਦਈਏ। ਭੁੱਖ ਦੇ ਨਾਲ ਜਦੋਂ ਇਹ ਮਰੇ ਹੋਣਗੇ, ਮਰਿਆਂ ਨੂੰ ਜਾ ਕੇ ਮਾਰਾਂਗੇ। ਨਹੀਂ ਅੰਨ ਨੀਰੋ ਇਸ ਕੋਲ। ਨਾ ਇਹਨਾਂ ਦੇ ਕੋਲ ਖਾਣ ਵਾਸਤੇ ਅੰਨ ਰਿਹਾ, ਨਾ ਪੀਣ ਵਾਸਤੇ ਪਾਣੀ ਰਿਹਾ। ਮਿਲੋਗੋ ਆਪ ਭੂਖੋ ਕਰ ਬੋਲ। ਜਦੋਂ ਇਹ ਭੁੱਖੇ ਹੋਣਗੇ, ਭੁੱਖ ਦੇ ਸਤਾਏ ਹੋਣਗੇ, ਉਦੋਂ ਆਪਣੇ ਹਥਿਆਰ ਸੱਟ ਕੇ ਆਪੇ ਸਾਨੂੰ ਆ ਕੇ ਮਿਲਣਗੇ। ਤੋ ਤੁਰਕ ਲਾਗੇ ਕਰਨ ਤਕੜਾਈ। ਇਹ ਕਹਿ ਕੇ ਅਬਦੁਲ ਸਮੁੰਦ ਖਾਨ ਦੇ ਸਮੇਤ ਉਹਦੇ ਜਿੰਨੇ ਸਾਥੀ ਸਨ, ਬਾਹਰਲੇ ਪਾਸਿਓਂ ਤਕੜਾਈ ਕਰਨ ਲੱਗੇ ਕਿ ਕਿਲੇ ਵਿੱਚੋਂ ਨਾ ਕੁਝ ਬਾਹਰ ਆ ਸਕੇ ਤੇ ਨਾ ਬਾਹਰੋਂ ਕੁਝ ਅੰਦਰ ਜਾ ਸਕੇ। ਦੇਹ ਤਲਾਵੇ ਖਾਈ ਪੁਟਾਈ। ਜਿਹੜੀ ਪਹਿਲਾਂ ਖਾਈ ਛੋਟੀ ਸੀ ਨਾ, ਇਹਨਾਂ ਨੇ ਡੂੰਗੀ ਕਰ ਦਿੱਤੀ। ਡੂੰਗੀ ਕਰਕੇ ਤੇ ਉਹਦੇ ਚਾਰੇ ਪਾਸੇ ਪਾਣੀ ਭਰ ਦਿੱਤਾ ਕਿ ਸਿੰਘ ਸੁਰੰਗ ਲਾ ਕੇ ਜਾਂ ਕਿਸੇ ਤਰੀਕੇ ਖਾਈ ਵਿੱਚੋਂ ਬਾਹਰ ਨਾ ਆ ਸਕਣ। ਰਾਤ ਨਿਕਲ ਕੱਚ ਸਿੱਖ ਥੇ ਲਿਆਵਤ। ਕਿਉਂਕਿ ਅੱਗੇ ਰਾਤ ਬਰਾਤੇ ਸਿੰਘ ਜਾਂਦੇ ਸੀ ਤੇ ਜਾ ਕੇ ਵੈਰੀਆਂ ਦੇ ਡੇਰੇ ਦੇ ਉੱਤੇ, ਕੈਂਪ ਦੇ ਉੱਤੇ ਹਮਲਾ ਕਰਕੇ ਛਕਣ ਛਕਾਣ ਦੀਆਂ ਰਸਤਾਂ ਬਸਤਾਂ ਲੈ ਆਉਂਦੇ ਸੀ, ਪਰ ਹੁਣ ਇਹਨਾਂ ਨੇ ਉਹ ਵੀ ਪਾਬੰਦੀ ਕਰ ਦਿੱਤੀ ਹੈ, ਉਹਦੇ ਵਾਸਤੇ ਵੀ ਪੂਰੀ ਪਾਬੰਦੀ ਲਾ ਦਿੱਤੀ ਹੈ। ਛਿੱਲ ਪਾਤ ਕਿਛ ਲਿਆਏ ਸੁਖਾਵਤ। ਜਾਂ ਫਿਰ ਬਾਹਰੋਂ ਗੜੀ ਚੋਂ ਨਿਕਲ ਕੇ ਦਰਖਤਾਂ ਦੀਆਂ ਕੋਈ ਛਿੱਲਾਂ, ਕੁਝ ਪੱਤੇ, ਉਹ ਸਿੰਘ ਸੂਤ ਕੇ ਲੈ ਆਉਂਦੇ ਸੀ, ਕਿਉਂਕਿ ਗੜੀ ਦੇ ਵਿੱਚ ਤਾਂ ਰਿਹਾ ਨਹੀਂ ਸੀ ਕੁਝ।
ਇੱਥੋਂ ਤੱਕ ਸਿੰਘਾਂ ਨੂੰ ਔਖਿਆਈ ਕੱਟਣੀ ਪਈ ਕਿ ਜੀਵਦੇ ਜਾਨਵਰ ਮਾਰ ਕੇ ਉਹਨਾਂ ਦਾ ਮਾਸ ਭਖਣਾ ਪਿਆ। ਅਤੀਸਾਰ ਹੋ ਗਏ ਕਿਉਂਕਿ ਅਗਨੀ ਦਾ ਪ੍ਰਬੰਧ ਨਹੀਂ ਸੀ। ਕੱਚਾ ਮਾਸ ਖਾਣੇ ਕਰਕੇ ਕਈਆਂ ਨੂੰ ਅਤੀਸਾਰ ਲੱਗ ਗਏ, ਕਈਆਂ ਦੇ ਪੇਟਾਂ ਵਿੱਚ ਸੂਲ ਦਾ ਦਰਦ ਉੱਠਣ ਲੱਗਾ। ਬੜਾ ਭਿਆਨਕ ਮੰਜ਼ਰ ਸੀ ਗੁਰੂ ਖਾਲਸਾ ਜੀ। ਭਾਈ ਰਤਨ ਸਿੰਘ ਜੀ ਅੱਗੇ ਜਾ ਕੇ ਲਿਖਦੇ ਆ, ਕਹਿੰਦੇ ਮੇਰੇ ਕੋਲੋਂ ਲਿਖ ਨਹੀਂ ਹੁੰਦਾ ਕਿ ਮੈਂ ਉਹਨਾਂ ਸਿੰਘਾਂ ਦੀ ਦਸ਼ਾ ਕਿਵੇਂ ਬਿਆਨ ਕਰਕੇ ਦੱਸਾਂ ਕਿ ਉਹਨਾਂ ਨਾਲ ਕੀ ਬੀਤੀ ਤੇ ਕਿਵੇਂ ਹੰਡੀ, ਉਹਨਾਂ ਕਿਵੇਂ ਹੰਡਾਇਆ ਆਪਣੇ ਤਨ ਤੇ। ਧੰਨ ਸਨ ਬਾਬਾ ਬੰਦਾ ਸਿੰਘ ਜੀ ਬਹਾਦਰ, ਔਰ ਉਹਨਾਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਤੇ ਸਜਦਾ ਹੁੰਦਾ ਹੈ। ਭਾਵੇਂ ਕਿ ਪਹਿਲਾਂ ਕੁਝ ਮਨ ਮੁਟਾਵ ਰਹੇ ਹੋਣਗੇ ਖਾਲਸੇ ਦੇ ਨਾਲ, ਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਵੱਲ ਵੇਖਦੇ ਆ ਤੇ ਉਹਨਾਂ ਦੀ ਸ਼ਹਾਦਤ ਨਿਸ਼ਕਲੰਕ ਹੈ। ਗੁਰੂ ਖਾਲਸਾ ਜੀ, ਉਹਨਾਂ ਦੀ ਕੁਰਬਾਨੀ ਨਿਸ਼ਕਲੰਕ ਹੈ। ਉਸ ਕੁਰਬਾਨੀ ਨੂੰ ਸਜਦਾ ਹੈ, ਨਮਸਕਾਰ ਹੈ। ਪੂਰਾ ਤਾਂ ਪਰਮੇਸ਼ਰ ਹੀ ਹੈ ਨਾ, ਕਮੀਆਂ ਖਾਮੀਆਂ ਤਾਂ ਸਾਰੇ ਮਨੁੱਖਾਂ ਵਿੱਚ ਹੁੰਦੀਆਂ ਨੇ। ਔਗਣ ਗੁਣ ਪਰਮੇਸ਼ਰ ਨੇ ਸਾਰੇ ਜੀਆਂ ਵਿੱਚ ਬਰਾਬਰ ਰੱਖੇ ਹਨ। ਇਸ ਕਰਕੇ ਭਾਈ ਭੁੱਲ ਕਿਸੇ ਕੋਲੋਂ ਵੀ ਹੋ ਸਕਦੀ ਹੈ, ਭੁੱਲਣ ਅੰਦਰ ਸਭ ਕੋ ਕੀਆ ਭੁੱਲ ਗੁਰੂ ਕਰਤਾਰ। ਪਰ ਜਦੋਂ ਸ਼ਹਾਦਤ ਦੇ ਰੰਗ ਦੇ ਵਿੱਚ ਬਾਬਾ ਜੀ ਰੰਗੇ ਜਾਂਦੇ ਨੇ, ਉਸ ਵੇਲੇ ਪੂਰਨ ਮਹਾਨ ਸ਼ਹੀਦ ਹੋ ਕਰਕੇ ਆਪਣਾ ਆਪਾ ਗੁਰੂ ਕਲਗੀਧਰ ਤੋਂ ਕੁਰਬਾਨ ਕਰਨ ਵਾਲੇ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ, ਉਹਨਾਂ ਨੂੰ ਨਮਸਕਾਰ ਹੈ। ਤੋ ਇੱਥੇ ਕਹਿ ਰਹੇ ਨੇ, ਕਹਿੰਦੇ ਛਿੱਲ ਪਾਤ ਕਿਛ ਲਿਆਏ ਸੁਖਾਵਤ। ਬਾਹਰ ਅੱਗੇ ਚਲੇ ਜਾਂਦੇ ਸੀ ਸਿੰਘ, ਦਰਖਤਾਂ ਦੀਆਂ ਛਿੱਲਾਂ ਕੁਝ ਪੱਤੇ ਉਹ ਸੂਤ ਕੇ ਲੈ ਆਉਂਦੇ ਤੇ ਖਾ ਲੈਂਦੇ। ਸੋ ਪੀ ਉਨਕੋ ਲੈਨ ਨ ਪਾਈ। ਹੁਣ ਸਿੰਘਾਂ ਨੂੰ ਉਹ ਵੀ ਰੋਕ ਦਿੱਤਾ ਉਹਨਾਂ ਨੇ ਬਾਹਰ ਜਾਣ ਤੋਂ, ਪੱਤੇ ਛਿੱਲਾਂ ਆਦਿਕ ਵੀ ਲਿਆਉਣ ਤੋਂ ਵਰਜ ਦਿੱਤਾ। ਬਾਹਰੋਂ ਪਾਬੰਦੀ ਕਰ ਦਿੱਤੀ, ਖਾਈ ਵਿੱਚ ਪਾਣੀ ਛੱਡ ਕੇ ਰੋਕ ਲਿਆ। ਐਸੀ ਦਸ਼ਾ ਸਿੱਖਨ ਪੈ ਆਈ। ਇਹੋ ਜਿਹੀ ਦਸ਼ਾ ਜਿਹੜੀ ਸੀ ਉਹ ਖਾਲਸੇ ਉੱਤੇ ਆਈ। ਫਾਕੇ ਉੱਪਰ ਫਾਕੇ ਜਾਏ। ਫਾਕੇ ਦੇ ਉੱਤੇ ਫਾਕਾ, ਯਾਨੀ ਕਿ ਜੇ ਰਾਤ ਨੂੰ ਭੁੱਖੇ ਸੁੱਤੇ ਆ, ਅਗਲੇ ਦਿਨ ਫਿਰ ਭੁੱਖੇ ਆ ਸਵੇਰੇ। ਦੁਪਹਿਰ ਸਮੇਂ ਫਿਰ ਫਾਕਾ, ਸ਼ਾਮ ਸਮੇਂ ਫਿਰ ਫਾਕਾ। ਕਈ ਕਈ ਦਿਨ ਭੁੱਖਿਆਂ ਬੀਤ ਜਾਂਦੇ ਹਨ। ਆਏ ਹੱਥ ਤੋਂ ਰਿਜਕ ਢਿੱਡ ਪਾਏ। ਕਹਿੰਦੇ ਕੋਈ ਰਿਜਕ ਦਾ ਦਾਣਾ ਹੱਥ 'ਚ ਲੱਗੇ ਤੇ ਢਿੱਡ 'ਚ ਪਾਉਣ ਨਾ, ਉਹ ਤਾਂ ਮਿਲਦਾ ਹੀ ਨਹੀਂ। ਤੇ ਪੇਟ ਵਿੱਚ ਕਿੱਥੇ ਪਾਵਣ, ਲੱਕਾਂ ਨੂੰ ਕਮਰ ਕੱਸਿਆਂ ਨਾਲ ਕੱਸ ਕੱਸ ਕੇ ਬੰਨ ਲੈਂਦੇ ਹਨ। ਦੋਹਰਾ ਸਿਰ ਪਾਓ ਕੀ ਕਿਆ ਕਹੀ, ਅਨ ਮਾਸਾ ਨਾ ਉਹਾਂ ਲਭਾਏ। ਕਹਿੰਦੇ ਅੰਨ ਸੇਰ ਪਾਓ ਦੀ ਤਾਂ ਪਾਸੇ ਰਹੀ ਗੱਲ, ਵੀ ਪਾਓ ਜਾਂ ਸੇਰ ਅੰਨ ਮਿਲ ਜਾਏ। ਕਹਿੰਦੇ ਉੱਥੇ ਤਾਂ ਇੱਕ ਮਾਸਾ ਜਿੰਨਾ ਵੀ ਅੰਨ ਨਹੀਂ ਪਿਆ ਲੱਭਦਾ। ਮਾਸਾ ਕਿੰਨਾ ਕੁ ਹੁੰਦਾ ਹੈ? 1 ਗ੍ਰਾਮ ਦਾ ਮਾਸਾ ਹੁੰਦਾ ਹੈ। ਕਹਿੰਦੇ ਇੰਨਾ ਵੀ ਅੰਨ ਨਹੀਂ ਪਿਆ ਲੱਭਦਾ। ਪੱਤ ਛਿਲ ਜੜ ਨੇ ਲੱਭੇ, ਘਾਸ ਪੀ ਨਦਰ ਨ ਪਾਏ। ਨਾ ਕਿਸੇ ਦਰਖਤ ਦਾ ਕੋਈ ਪੱਤਾ ਲੱਭਦਾ ਹੈ, ਨਾ ਕਿਸੇ ਦਰਖਤ ਦੇ ਤਣੇ ਦੀ ਕੋਈ ਛਿੱਲ ਲੱਭਦੀ ਹੈ, ਨਾ ਕਿਸੇ ਦਰਖਤ ਦੀ ਕੋਈ ਜੜ ਲੱਭਦੀ ਹੈ। ਤੇ ਘਾਹ ਦਾ ਤਾਂ ਕਿਣਕਾ ਹੀ ਕੀ ਦਿਸਣਾ ਉੱਥੇ। ਘਾਹ ਦਾ ਵੀ ਇੱਕ ਕਿਣਕਾ ਮਾਤਰ ਵੀ ਨਜ਼ਰ ਨਹੀਂ ਆਉਂਦਾ। ਜੋ ਪਈ ਖਾਣੇ ਵਸਤ ਨ ਸਿੱਖਨ ਲਭਾਈ। ਕਹਿੰਦੇ ਖਾਣ ਦੀ ਵਸਤੂ ਸਿੱਖਾਂ ਨੂੰ ਨਹੀਂ ਪਈ ਲੱਭਦੀ ਕੋਈ। ਕਈ ਕੁ ਦਿਨ ਉਨ ਮਿੱਟੀ ਖਾਈ। ਇੱਥੋਂ ਤੱਕ ਆਲਮ ਆ ਗਿਆ ਕਿ ਕਈ ਵੇਰੀ ਤਾਂ ਸਿੰਘਾਂ ਨੂੰ ਮਿੱਟੀ ਵੀ ਖਾਣੀ ਪਈ ਢਿੱਡ ਦੀ ਭੁੱਖ ਦੂਰ ਕਰਨ ਲਈ। ਮਿੱਟੀ ਦੀ ਰੋਟੀ ਗੁੰਨ ਲੈਂਦੇ ਐ ਤੇ ਉਹਨੂੰ ਰੋਟੀ ਸਮਝ ਕੇ ਚੱਕ ਮਾਰ ਕੇ ਬੁਰਕੀਆਂ ਮਾਰ ਕੇ ਖਾਂਦੇ ਐ। ਯਾਦ ਰੱਖਿਓ, ਥਾਲ 'ਚ ਪਏ ਪ੍ਰਸ਼ਾਦਿਆਂ ਨੂੰ ਵੇਖ ਕੇ ਸ਼ਹੀਦ ਸਾਨੂੰ ਭੁੱਲਣੇ ਨਹੀਂ ਚਾਹੀਦੇ। ਅਸੀਂ ਢਿੱਡ ਭਰ ਕੇ ਖਾ ਸਕੀਏ, ਉਹਨਾਂ ਨੇ ਇਹੋ ਜਿਹੇ ਫਾਕੇ ਕੱਟੇ ਨੇ। ਉਹ ਮਹਾਨ ਸ਼ਹੀਦ ਨੇ, ਉਹਨਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ ਸਿੱਖੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਸਤੇ। ਉਸ ਸਿੱਖੀ ਦੇ ਅਸੀਂ ਵਾਰਸ ਹਾਂ, ਉਹਨੂੰ ਸਾਂਭਣਾ ਤੇ ਅੱਗੇ ਆਪਣੀਆਂ ਪੁਸ਼ਤਾਂ ਤੱਕ ਪਹੁੰਚਾਉਣਾ, ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਕਈ ਕੋ ਦਿਨ ਉਹਨ ਮਿੱਟੀ ਖਾਈ। ਕਹਿੰਦੇ ਮਿੱਟੀ ਵੀ ਖਾਣੀ ਪਈ ਕਈਆਂ ਨੂੰ। ਫਿਰ ਸਿੱਖ ਬੰਦੇ ਕੇ ਟਿਕ ਗਏ। ਇੱਕ ਦਿਨ ਕੁਝ ਸਿੰਘ ਇਕੱਠੇ ਹੋ ਕੇ ਬਾਬਾ ਬੰਦਾ ਸਿੰਘ ਜੀ ਇੱਕ ਆਸਣ ਤੇ ਬੈਠੇ ਸੀ।
ਉਹਨਾਂ ਦੇ ਕੋਲ ਗਏ। ਪਾਸ ਚੁਬਾਰੇ ਪੁਕਾਰਤ ਭਏ। ਗੜੀ ਵਿੱਚ ਇੱਕ ਚੁਬਾਰਾ ਸੀ ਜਿਹਦੇ ਵਿੱਚ ਉੱਚੇ ਥਾਂ ਤੇ ਬਹਿ ਕੇ ਬਾਬਾ ਜੀ ਨਿਗਰਾਨੀ ਰੱਖਦੇ ਸੀ। ਬਾਬਾ ਬੰਦਾ ਸਿੰਘ ਜੀ ਦੇ ਕੋਲ ਜਾ ਕੇ ਸਿੱਖਾਂ ਨੇ ਪੁਕਾਰ ਕੀਤੀ, ਤੁਮ ਹੀ ਹੋ ਆਪ ਜਾਣੀ ਜਾਣੋ। ਕਹਿਣ ਲੱਗੇ ਬਾਬਾ ਜੀ ਤੁਸੀਂ ਤਾਂ ਅੰਤਰਜਾਮੀ ਹੋ, ਸਭ ਦੇ ਦਿਲਾਂ ਦੀਆਂ ਬੁੱਝ ਲੈਣ ਵਾਲੇ ਜਾਣੀ ਜਾਣ ਹੋ। ਤੂੰ ਹੀ ਆਪ ਵਰਤਾਇਓ ਭਾਣੋ। ਇਹ ਭਾਣਾ ਵੀ ਤੁਸੀਂ ਵਰਤਾਇਆ। ਕਈ ਬਾਬਾ ਜੀ ਤੇ ਬੜੀ ਸ਼ਰਧਾ ਰੱਖਦੇ ਸੀ, ਭਾਵਨਾ ਰੱਖਦੇ ਸੀ ਵੀ ਮਹਾਨ ਮਹਾਂਪੁਰਸ਼ ਨੇ, ਤਤਵ ਗਿਆਨੀ ਨੇ। ਉਹ ਕਹਿੰਦੇ ਬਾਬਾ ਜੀ ਇਹ ਭਾਣਾ ਵੀ ਤੁਸੀਂ ਵਰਤਾਇਆ। ਇੱਕ ਬਾਰ ਦੇਖ ਹਮਰੋ ਹਾਲ। ਬਾਬਾ ਜੀ ਅੱਖਾਂ ਖੋਲੋ ਤੇ ਸਾਡਾ ਹਾਲ ਵੇਖੋ ਕਿ ਸਾਡੀ ਦਸ਼ਾ ਕੀ ਹੈ। ਹਮ ਪਰ ਪਾਇਓ ਭੁੱਖ ਵੱਡ ਜਵਾਲ। ਸਾਡੇ ਉੱਤੇ ਭੁੱਖ ਨੇ ਆਪਣਾ ਡਾਢਾ ਜਵਾਲ, ਅੱਗ ਜਿਹੜੀ ਭੁੱਖ ਦੀ ਅੱਗ ਹੈ ਉਹ ਸਾਨੂੰ ਸਾੜ ਰਹੀ ਹੈ। ਅਬ ਉੱਡ ਚੱਲ ਤੂੰ ਔਰੇ ਠੌਰ। ਬਾਬਾ ਜੀ ਸਾਡੀ ਬੇਨਤੀ ਹੈ, ਅਸੀਂ ਤਾਂ ਇੱਥੇ ਮਰਨਾ, ਸ਼ਹੀਦੀ ਪਾਉਣੀ ਹੈ, ਪਰ ਸਾਡੀ ਬੇਨਤੀ ਹੈ ਬਾਬਾ ਜੀ ਤੁਸੀਂ ਤਾਂ ਉੱਡਣਾ ਵੀ ਜਾਣਦੇ ਹੋ। ਕੁੱਲੂ ਤੋਂ ਤੁਸੀਂ ਪਿੰਜਰੇ ਸਮੇਤ ਉੱਡ ਕੇ ਆਏ ਸੀ ਮੰਡੀ ਤੱਕ। ਸਾਡੀ ਬੇਨਤੀ ਹੈ ਤੁਸੀਂ ਇਸ ਜਗ੍ਹਾ ਤੋਂ ਉੱਡ ਕੇ ਕਿਸੇ ਹੋਰ ਥਾਂ ਚਲੇ ਜਾਓ। ਜੀਵਤ ਰਹੇ ਤੋਏ ਲੈਵੇਂ ਟੋਲ। ਜੇ ਅਸੀਂ ਜਿਉਂਦੇ ਰਹੇ ਤੇ ਆ ਕੇ ਤੁਹਾਨੂੰ ਲੱਭ ਲਵਾਂਗੇ, ਭਾਲ ਲਵਾਂਗੇ। ਬਾਬਾ ਜੀ ਤੁਸੀਂ ਤਾਂ ਜਾਓ, ਤੁਸੀਂ ਤਾਂ ਇੱਥੇ ਨਾ ਰਹੋ। ਏਦਾਂ ਸਿੰਘ ਕਹਿੰਦੇ ਬਾਬਾ ਬੰਦਾ ਸਿੰਘ ਜੀ ਨੂੰ ਕਿ ਬਾਬਾ ਜੀ ਤੁਸੀਂ ਇੱਥੋਂ ਉੱਡ ਜਾਓ, ਤੁਸੀਂ ਤਾਂ ਉੱਡਣਾ ਜਾਣਦੇ ਹੋ, ਇੱਥੋਂ ਉੱਡ ਕੇ ਚਲੇ ਜਾਓ। ਜੇ ਜਿਉਂਦੇ ਰਹੇ ਅਸੀਂ ਜਾਂ ਤੁਸੀਂ ਤਾਂ ਤੁਹਾਡੀ ਭਾਲ ਕਰ ਲਵਾਂਗੇ। ਤਬ ਉਨ ਬੰਦੇ ਉੱਤਰ ਦਿਓ। ਬਾਬਾ ਬੰਦਾ ਸਿੰਘ ਜੀ ਨੇ ਅੱਗੋਂ ਜਵਾਬ ਦਿੱਤਾ, ਅਬ ਹਮਕੋ ਤੁਮ ਚਾਹੇ ਉਡਿਓ। ਕਹਿਣ ਲੱਗੇ ਸਿੰਘੋ ਸਾਨੂੰ ਤੁਸੀਂ ਹੁਣ ਚਾਹੁੰਦੇ ਹੋ ਵੀ ਅਸੀਂ ਕਾਇਰਾਂ ਵਾਂਗੂ ਇੱਥੋਂ ਉੱਡ ਕੇ ਚਲੇ ਜਾਈਏ। ਅਬ ਹਮ ਕਰਾਵੋ ਬਚਨੋ ਹਾਰ। ਸਾਡੇ ਤੋਂ ਬਚਨ ਹਾਰ ਕਰਾਉਂਦੇ ਹੋ। ਅਸੀਂ ਤਾਂ ਬਚਨ ਕੀਤਾ ਸੀ ਸ਼ਹੀਦੀ ਪਾਉਣੀ ਹੈ ਤੇ ਤੁਸੀਂ ਸਾਡੇ ਤੋਂ ਬਚਨ ਹਰਾਉਂਦੇ ਹੋ ਕਿ ਅਸੀਂ ਆਪਣਾ ਬਚਨ ਹਾਰ ਜਾਈਏ। ਖਾਤਰ ਜ਼ਿੰਦਗੀ ਕਿਤ ਸੰਸਾਰ। ਜ਼ਿੰਦਗੀ ਦੀ ਖਾਤਰ ਜਿਹੜੀ ਜ਼ਿੰਦਗੀ 4 ਦਿਨਾਂ ਦੀ ਹੈ, 4 ਦਿਨਾਂ ਦੀ ਉਸ ਜ਼ਿੰਦਗੀ ਵਾਸਤੇ ਅਸੀਂ ਆਪਣਾ ਬਚਨ ਕਿਵੇਂ ਹਾਰ ਜਾਈਏ। ਅਸੀਂ ਆਪਣਾ ਬਚਨ ਨਹੀਂ ਹਾਰਨਾ। ਅਸੀਂ ਬਚਨ ਕੀਤਾ ਸ਼ਹੀਦੀ ਪਾਉਣ ਦਾ ਤੇ ਅਸੀਂ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਰਹਿਣਾ ਹੈ। ਉਡਨੋ ਮਨੇ ਤੁਮੇ ਕਰਵਾਇਓ। ਤੇ ਤੁਸੀਂ ਆਪ ਹੀ ਕਿਹਾ ਸੀ ਕਿ ਬੰਦਾ ਸਿੰਘ ਜੀ ਤੁਸੀਂ ਉੱਡਣਾ ਨਹੀਂ ਹੈ। ਅਸੀਂ ਵੀ ਬਚਨ ਕੀਤਾ ਸੀ ਵੀ ਅਸੀਂ ਉੱਡ ਕੇ ਨਹੀਂ ਜਾਣਾ। ਅਬ ਹਮਕੋ ਤੁਮ ਚਾਹਤ ਝੁਠਾਇਓ। ਤੇ ਹੁਣ ਤੁਸੀਂ ਸਾਡਾ ਬਚਨ ਝੂਠਾ ਪਵਾਉਣਾ ਚਾਹੁੰਦੇ ਹੋ, ਸਾਨੂੰ ਝੂਠਾ ਕਰਨਾ ਚਾਹੁੰਦੇ ਹੋ। ਦੋਹਰਾ ਸਾਧ ਸਤੀ ਅਰ ਸੂਰਮਾ ਗਿਆਨੀ ਉਹ ਗੰਜ ਦੱਤ। ਕਹਿੰਦੇ ਸਾਧੂ ਸਤੀ ਜਿਹੜੀ ਆਪਣੇ ਪਤੀ ਨਾਲ ਸਤੀ ਹੋਣ ਵਾਲੀ ਇਸਤਰੀ ਹੁੰਦੀ ਹੈ, ਸੂਰਮਾ ਗਿਆਨੀ ਤੇ ਹਾਥੀ ਦੇ ਦੰਦ, ਇਹਨਾਂ ਦੇ ਮੂੰਹ ਤੋਂ ਬੋਲੇ ਹੋਏ ਬੋਲ ਸਾਧੂ ਸਤੀ ਸੂਰਮਾ ਗਿਆਨੀ ਉਹ ਇਸ ਤਰ੍ਹਾਂ ਨੇ ਜਿਵੇਂ ਹਾਥੀ ਦੇ ਮੂੰਹ ਚੋਂ ਦੰਦ ਨਿਕਲ ਜਾਣ, ਉਹ ਵਾਪਸ ਨਹੀਂ ਨਾ ਪਰਤਦੇ। ਏਦਾਂ ਇੱਕ ਸਾਧ ਸਤੀ ਸੂਰਮੇ ਤੇ ਗਿਆਨੀ ਦੇ ਮੂੰਹ ਚੋਂ ਬੋਲ ਨਿਕਲ ਜਾਣ, ਉਹ ਵੀ ਵਾਪਸ ਉਹਦੇ ਮੂੰਹ ਵਿੱਚ ਨਹੀਂ ਪੈਂਦੇ। ਉਹ ਆਪਣੇ ਕਹੇ ਹੋਏ ਬੋਲਾਂ ਨੂੰ ਸੱਤ ਕਰਕੇ ਵਿਖਾਉਂਦਾ। ਹਾਂਜੀ, ਏ ਮੁਖ ਨਿਕਲਿਓ ਨੇ ਫਿਰੇ ਜੋ ਜੁਗ ਜਾਏ ਅਨੰਤ। ਭਾਵੇਂ ਅਨੰਤ ਯੁੱਗ ਬੀਤ ਜਾਣ, ਇਹੋ ਜੇ ਬੋਲੇ ਹੋਏ ਬੋਲ ਜੇ ਕੋਈ ਸਾਧ ਬੋਲਦੇ, ਸਤੀ ਕਹਿ ਦੇਵੇ, ਸੂਰਮਾ ਜਾਂ ਗਿਆਨੀ ਕਹਿ ਦੇਵੇ, ਉਹ ਬੋਲੇ ਹੋਏ ਬੋਲ ਉਹਦੇ ਵਾਪਸ ਨਹੀਂ ਮੁੜਦੇ, ਉਹਦੇ ਮੂੰਹ ਵਿੱਚ ਮੁਖ ਵਾਪਸ ਵਿੱਚ ਨਹੀਂ ਪੈਂਦੇ, ਭਾਵੇਂ ਅਨੰਤ ਯੁੱਗਾਂ ਦਾ ਸਮਾਂ ਬੀਤ ਜਾਵੇ। ਬਚਨਨ ਖਾਤਰ ਸਰਪ ਪੀ ਪਰੇ ਕੁੰਡ ਮੈਂ ਆਏ। ਕਹਿੰਦੇ ਸੱਪਾਂ ਨੇ ਵੀ ਬਚਨ ਕੀਤਾ ਸੀ ਕਿ ਜਦੋਂ ਗਰੁੜ ਮੰਤਰ ਦਾ ਜਾਪ ਹੋਵੇਗਾ ਅਸੀਂ ਹਵਨ ਕੁੰਡ ਵਿੱਚ ਆ ਕੇ ਡਿੱਗ ਕੇ ਆਪਣਾ ਆਪ ਸਾੜ ਦੇਾਂਗੇ। ਹਾਲਾਂਕਿ ਸੱਪ ਤ੍ਰਿਗਦ ਜੂਨੀ ਹੈ, ਉਹ ਵੀ ਆਪਣੇ ਬਚਨ ਪਿੱਛੇ ਹਵਨ ਕੁੰਡ ਵਿੱਚ ਆ ਕੇ ਸੜ ਕੇ ਮਰ ਜਾਂਦਾ ਹੈ। ਅਬ ਹਮ ਬਚਨ ਸੁਹਾਰ ਕੇ ਕੈਸੇ ਪੁਰਸ਼ ਅਖਾਏ। ਅਸੀਂ ਆਪਣਾ ਬਚਨ ਹਾਰ ਕੇ ਕਿਵੇਂ ਆਪਣੇ ਆਪ ਨੂੰ ਪੁਰਸ਼ ਸਦਾਈਏ, ਕਿਵੇਂ ਆਪਣੇ ਆਪ ਨੂੰ ਮਰਦ ਸਦਾਈਏ ਜੇ ਅਸੀਂ ਆਪਣਾ ਬਚਨ ਹਾਰ ਗਏ। ਚੋਪਈ
ਬਚਨ ਖਾਤਰ ਬਲ ਦੇਹ ਗਵਾਈ। ਰਾਜਾ ਬਲ ਹੋਇਆ ਨਾ। ਬਾਬਾ ਬੰਦਾ ਸਿੰਘ ਜੀ ਕਹਿੰਦੇ ਬਚਨ ਵਾਸਤੇ ਰਾਜੇ ਬਲ ਨੇ ਆਪਣੀ ਦੇਹ ਗਵਾ ਦਿੱਤੀ। ਉਹਨੇ ਬਚਨ ਕੀਤਾ ਸੀ 52 ਨੂੰ ਕਿ ਮੰਗ ਲਓ ਤੁਸੀਂ ਜਿਹੜੀ 2.5 ਕਰੂੰ ਜ਼ਮੀਨ ਮੰਗਣੀ ਹੈ। ਉਹਨਾਂ ਆਖਿਆ 2.5 ਕਰੂੰ ਜ਼ਮੀਨ ਚਾਹੀਦੀ ਹੈ। 2 ਕਰੂਆਂ ਵਿੱਚ 2 ਕਰਮਾਂ ਵਿੱਚ ਸਾਰੀ ਧਰਤੀ ਤਰਲੋਕੀ ਮਾਪ ਦਿੱਤੀ। ਅੱਧਾ ਕਰੂੰ ਵਾਪਸ ਬਚਿਆ ਤੇ ਆਖਿਆ ਹੁਣ ਇਹ ਮੇਰੇ ਤਨ ਦੇ ਉੱਤੇ ਪੂਰਾ ਕਰ ਲਵੋ। ਪੈਰ ਧਰਿਆ ਸਰੀਰ ਤੇ ਪਤਾਲ ਚ ਧਸਾ ਦਿੱਤਾ। ਬਚਨ ਕੀਤਾ ਸੀ ਰਾਜੇ ਬਲ ਨੇ ਔਰ ਆਪਣਾ ਬਚਨ ਕਰਕੇ ਉਹਨੇ ਆਪਣੀ ਦੇਹ ਗਵਾ ਦਿੱਤੀ, ਪਰ ਆਪਣਾ ਬਚਨ ਨਹੀਂ ਹਾਰਿਆ। ਦਰਬਾਨ ਪਿਓ ਬਚਦੇ ਜਗ ਸਾਈ। ਤੇ ਫਿਰ 52 ਨੇ ਬਚਨ ਕੀਤਾ ਸੀ ਭਗਵਾਨ 52 ਨੇ ਕਿ ਰਾਜਾ ਬਲ ਮੰਗ ਕੀ ਚਾਹੀਦਾ। ਤੇ ਰਾਜੇ ਬਲ ਨੇ ਕਿਹਾ ਸੀ ਵੀ ਜਿੰਨਾ ਚਿਰ ਮੈਂ ਪਤਾਲ ਲੋਕ ਚ ਰਾਜ ਕਰਾਂ ਮੇਰੇ ਦਰਵਾਜ਼ੇ ਤੇ ਦਰਬਾਨਚੀ ਬਣ ਕੇ ਪਹਿਰਾ ਦੇਵੀਂ। ਅਜਹੂ ਬਲ ਕੇ ਦੁਆਰ ਖੜਿਓ। ਕਹਿੰਦੇ ਹਾਲੇ ਵੀ ਰਾਜੇ ਬਲ ਦੇ ਦੁਆਰ ਦੇ ਉੱਤੇ ਭਗਵਾਨ 52 ਜੀ ਖੜੇ ਨੇ। ਉਹਨਾਂ ਨੇ ਆਪਣਾ ਬਚਨ ਕੀਤਾ ਸੀ। ਬਚਨ ਕਰਕੇ ਉਹਨਾਂ ਨੇ ਵੀ ਉਸ ਬਚਨ ਤੇ ਚੱਲਣਾ ਕੀਤਾ। ਉਹ ਬਚਨ ਨਹੀਂ ਹਾਰਿਆ। ਬਚਨ ਕੀਓ ਤੋ ਹਰੀ ਚੰਦ ਰਾਏ। ਹਰੀ ਚੰਦ ਰਾਜਾ ਬੜਾ ਧਰਮੀ ਰਾਜਾ ਸੀ। ਗੁਰੂ ਖਾਲਸਾ ਜੀ ਵਿਸ਼ਵਾਮਿੱਤਰ ਦੇ ਆ ਕੇ ਇਹਦੇ ਕੋਲੋਂ ਇਹਦਾ ਸਾਰਾ ਰਾਜ ਭਾਗ ਦਾਨ ਵਜੋਂ ਲੈ ਲਿਆ। ਇਹ ਬਨਾਰਸ ਚਲਾ ਗਿਆ। ਬਨਾਰਸ ਜਾ ਕੇ ਅੱਜ ਵੀ ਉੱਥੇ ਹਰੀਸ਼ ਚੰਦਰ ਘਾਟ ਹੈ ਜਿੱਥੇ ਮੁਰਦੇ ਸਾੜੇ ਜਾਂਦੇ ਹਨ। ਉਸ ਜਗ੍ਹਾ ਤੇ ਜਦੋਂ ਹਰੀਸ਼ ਚੰਦਰ ਗਿਆ ਆਪਣੇ ਪਰਿਵਾਰ ਨਾਲ, ਆਪਣੇ ਲੜਕੇ ਤੇ ਘਰਵਾਲੀ ਰਾਣੀ ਸਮੇਤ, ਉੱਥੇ ਵੀ ਵਿਸ਼ਵਾਮਿੱਤਰ ਪਹੁੰਚ ਗਿਆ। ਜਾ ਕੇ ਉੱਥੇ ਵੀ ਇਹਨੂੰ ਕਿਹਾ ਵੀ ਮੈਨੂੰ ਦਾਨ ਚਾਹੀਦਾ ਹੈ। ਇਹਨੇ ਘਰਵਾਲੀ ਆਪਣਾ ਲੜਕਾ ਵੇਚਿਆ, ਮੁੜ ਕੇ ਆਪਣਾ ਆਪ ਵੇਚ ਕੇ ਪੈਸੇ ਵਿਸ਼ਵਾਮਿੱਤਰ ਨੂੰ ਦਾਨ ਵਜੋਂ ਦੇ ਦਿੱਤੇ। ਔਰ ਵਿਸ਼ਵਾਮਿੱਤਰ ਦੇ ਸਭ ਕੁਝ ਦਾਨ ਕਰਨ ਤੋਂ ਬਾਅਦ ਇੱਕ ਚੰਡਾਲ ਨੇ ਹਰੀ ਚੰਦ ਨੂੰ ਖਰੀਦ ਲਿਆ। ਉਸੇ ਸ਼ਮਸ਼ਾਨ ਭੂਮੀ 'ਚ ਇਹਦੀ ਡਿਊਟੀ ਲਾ ਦਿੱਤੀ ਵੀ ਇੱਥੇ ਤੂੰ ਸੰਸਕਾਰ ਕਰਨੇ ਨੇ, ਮੁਰਦੇ ਫੂਕਣੇ ਐ। ਇਹਦੀ ਘਰਵਾਲੀ ਆਈ, ਲੜਕਾ ਇਹਦਾ ਮਰ ਗਿਆ ਸੀ, ਉਹਦਾ ਸੰਸਕਾਰ ਕਰਨ ਲਈ ਪੁੱਜੀ। ਇਹਨੇ ਆਖਿਆ ਮੈਨੂੰ ਪੈਸੇ ਚਾਹੀਦੇ ਨੇ ਕਿਉਂਕਿ ਮੇਰੇ ਮਾਲਕ ਦਾ ਹੁਕਮ ਹੈ ਵੀ ਪੈਸੇ ਲਏ ਬਿਨਾਂ ਸੰਸਕਾਰ ਨਹੀਂ ਕਰਨਾ। ਉਹਨੇ ਆਖਿਆ ਪੈਸੇ ਨਹੀਂ ਹਨ। ਦੋਨਾਂ ਨੇ ਮੀਆਂ ਬੀਬੀ ਨੇ ਉਸ ਵੇਲੇ ਆਪਣੇ ਪੁੱਤਰ ਦੀ ਚਿਖਾ ਵਿੱਚ ਸੜਨ ਦਾ ਫੈਸਲਾ ਕੀਤਾ। ਤਾਂ ਇਹਨੇ ਨੂੰ ਭਗਵਾਨ ਪ੍ਰਗਟ ਹੋਇਆ। ਉਹਨੇ ਵਿਸ਼ਵਾਮਿੱਤਰ ਨੂੰ ਵੀ ਦੰਡ ਦਿੱਤਾ ਔਰ ਹਰੀਸ਼ ਚੰਦਰ ਨੂੰ ਘੁੱਟ ਕੇ ਗਲ ਨਾਲ ਲਾਇਆ। ਆਖਿਆ ਤੂੰ ਧੰਨ ਹੈ, ਆਪਣੇ ਬਚਨ ਖਾਤਰ ਆਪਣਾ ਸਾਰਾ ਕੁਝ ਹੀ ਗਵਾ ਦਿੱਤਾ ਹੈ, ਆਪਣਾ ਆਪ ਵੀ ਵੇਚ ਕੇ ਸਭ ਕੁਝ ਦਾਨ ਕਰ ਦਿੱਤਾ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਕਹਿੰਦੇ ਬਚਨ ਖਾਤਰ ਬਚਨ ਕੀਏ ਥੋ ਹਰੀ ਚੰਦ ਰਾਏ। ਹਰੀ ਚੰਦ ਰਾਜੇ ਨੇ ਜਿਹੜਾ ਬਚਨ ਕੀਤਾ ਸੀ, ਵਿਕ ਗਏ ਚੂਹੜ ਦੇ ਘਰ ਜਾਏ। ਚੰਡਾਲ ਦੇ ਘਰ ਜਾ ਕੇ ਵਿਕ ਗਿਆ ਸੀ। ਉਹਨੇ ਆਪਣਾ ਆਪ ਵੇਚ ਦਿੱਤਾ ਸੀ, ਪਰ ਆਪਣੇ ਬਚਨ ਤੋਂ ਨਹੀਂ ਹਾਰਿਆ। ਬਚਨ ਖਾਤਰ ਪਾਂਡਵ ਤ੍ਰਿਹਾਰੀ। ਪਾਂਡਵਾਂ ਨੇ ਬਚਨ ਖਾਤਰ ਹੀ ਆਪਣੀ ਘਰਵਾਲੀ ਹਾਰ ਦਿੱਤੀ ਸੀ। ਬਚਨ ਹੀ ਕੀਤਾ ਸੀ ਨਾ ਕੌਰਵਾਂ ਨੂੰ ਵੀ ਜੋ ਹਾਰਾਂਗੇ ਤੁਹਾਡਾ ਹੋਵੇਗਾ ਜੂਏ ਵਿੱਚ। ਤੋ ਬਚਨ ਖਾਤਰ ਉਹਨਾਂ ਨੇ ਆਪਣੀ ਘਰਵਾਲੀ ਵੀ ਹਾਰ ਦਿੱਤੀ। ਬਚਨ ਦਏ ਬਨ ਸਹੀ ਖੁਆਰੀ। ਔਰ ਬਚਨ ਦੇ ਕਰਕੇ ਜੰਗਲਾਂ ਵਿੱਚ ਖੁਆਰੀ ਕੱਟਣੀ ਪਈ ਪਾਂਡਵਾਂ ਨੂੰ, ਪਰ ਆਪਣੇ ਬਚਨ ਤੋਂ ਨਹੀਂ ਖਿਸਕੇ। ਬਚਨਨ ਖਾਤਰ ਪੁਰਸ਼ ਸਿਰ ਦੇਵੇਂ। ਬਚਨ ਵਾਸਤੇ ਵੱਡੇ ਵੱਡੇ ਪੁਰਸ਼ ਜਿਹੜੇ ਬਹਾਦਰ ਯੋਧੇ ਹੁੰਦੇ ਆ ਆਪਣੇ ਸੀਸ ਦਾ ਦਾਨ ਦੇ ਦਿੰਦੇ ਹਨ। ਬਚਨਨ ਖਾਤਰ ਨਿਜ ਦੁੱਖ ਲੇਵੇਂ। ਔਰ ਆਪਣੇ ਬਚਨ ਕੀਤੇ ਹੋਏ ਨਾਲ ਉਹ ਭਾਵੇਂ ਦੁੱਖ ਵੀ ਉਹਨਾਂ ਨੂੰ ਸਹੇੜਨਾ ਪਵੇ, ਆਪਣੇ ਕੀਤੇ ਬਚਨ ਨੂੰ ਪੂਰਾ ਕਰਨ ਵਾਸਤੇ ਦੁੱਖ ਵੀ ਸਹਿੰਦੇ ਹਨ। ਬਚਨ ਖਾਤਰ ਤ੍ਰਿਆ ਚਿਖ ਚੜ ਸੜੇ। ਇਸਤਰੀ ਨੇ ਬਚਨ ਕੀਤਾ ਹੁੰਦਾ ਪਤੀ ਨਾਲ ਕਿ ਮੈਂ ਤੇਰੀ ਚਿਖਾ ਤੇ ਸੜ ਮਰਾਂਗੀ। ਆਪਣੇ ਬਚਨ ਦੇ ਉੱਤੇ ਚੱਲਦਿਆਂ ਇਸਤਰੀ ਉਹਦੀ ਚਿਖਾ ਦੇ ਉੱਤੇ ਸਤੀ ਹੋ ਜਾਂਦੀ ਹੈ, ਚੜ ਕੇ ਸੜ ਜਾਂਦੀ ਹੈ। ਤਲੇ ਨਹੀਂ ਗਲ ਲਗਨੋ ਮੜੇ। ਔਰ ਉਸ ਮੜੀ ਦੇ ਗਲ ਲੱਗਣ ਤੋਂ ਵੀ ਉਸ ਵੇਲੇ ਮੁੜਦੀ ਨਹੀਂ। ਚਿਖਾ ਦੇ ਵਿੱਚ ਪਏ ਆਪਣੇ ਪਤੀ ਨੂੰ ਗਲ ਵਕੜੀ ਪਾ ਕੇ ਸੜ ਜਾਂਦੀ ਹੈ। ਬਚਨਨ ਖਾਤਰ ਚਾਕਰ ਮਰ ਰਹੇ। ਬਚਨਾਂ ਵਾਸਤੇ ਇੱਕ ਚਾਕਰ ਆਪਣੇ ਮਾਲਕ ਤੋਂ ਆਪਣਾ ਆਪ ਕੁਰਬਾਨ ਕਰ ਦਿੰਦਾ ਹੈ। ਆਟੇ ਲੀਏ ਓਏ ਪੀ ਲੜ ਰਹੇ। ਆਪਣੇ ਮਾਲਕ ਕੋਲੋਂ ਆਟਾ ਲੈ ਕੇ ਖਾਣ ਵਾਸਤੇ ਉਸ ਮਾਲਕ ਵਾਸਤੇ ਆਪਣੇ ਪ੍ਰਾਣ ਤਿਆਗ ਦਿੰਦਾ, ਪ੍ਰਾਣਾਂ ਦਾ ਬਲਿਦਾਨ ਦੇ ਦਿੰਦਾ। ਪਿਤ ਬਚਨਨ ਪਰ ਕਰ ਜਾਏ ਬੇਟੀ। ਪਿਓ ਆਪਣੀ ਧੀ ਦਾ ਰਿਸ਼ਤਾ ਕਰ ਆਉਂਦਾ, ਬਚਨ ਕਰ ਆਉਂਦਾ ਵੀ ਮੈਂ ਆਪਣੀ ਧੀ ਦਾ ਰਿਸ਼ਤਾ ਤੁਹਾਡੇ ਘਰ ਕਰਦਾ,
ਧੀ ਕਦੇ ਆਪਣੇ ਬਾਪ ਦੇ ਕੀਤੇ ਫੈਸਲੇ ਤੇ ਹੀਲ ਹੁਜਤ ਨਹੀਂ ਕਰਦੀ। ਆਪਣੇ ਪਿਤਾ ਨੂੰ ਕਿ ਮੇਰਾ ਪਿਤਾ ਹੈ, ਮੇਰੇ ਵਾਸਤੇ ਉਹਨੇ ਸਹੀ ਫੈਸਲਾ ਕੀਤਾ ਹੈ, ਇਹ ਜਾਣ ਕੇ ਆਪਣੇ ਪਿਤਾ ਦੇ ਬਚਨਾਂ ਉੱਤੇ ਉਹ ਪਰਾਏ ਘਰ ਜਾਣ ਵਾਸਤੇ ਤਿਆਰ ਹੋ ਜਾਂਦੀ ਹੈ। ਕਰਾਵੇ ਨਾ ਨਿਜ ਕੁਲ ਕੀ ਹੇਠੀ, ਔਰ ਆਪਣੀ ਕੁਲ ਦੀ ਹੇਠੀ ਨਹੀਂ ਕਰਾਉਂਦੀ, ਔਰ ਆਪਣੇ ਪਿਤਾ ਦੇ ਬਚਨਾਂ ਤੇ ਚੱਲ ਕੇ ਪਰਾਏ ਘਰ ਵਿੱਚ ਵੀ ਜਾ ਕੇ ਆਪਣੇ ਪੇਕੇ ਪਰਿਵਾਰ ਦੀ ਇੱਜ਼ਤ ਨੂੰ ਬਰਕਰਾਰ ਰੱਖਦੀ ਹੈ। ਤੇਗ ਬਹਾਦਰ ਨਿਜ ਬਚ ਕੀਓ। ਫਿਰ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਕਿ ਤੁਹਾਡਾ ਸਿਰ ਕੱਟਣ ਤੋਂ ਪਹਿਲਾਂ, ਤੁਹਾਡਾ ਧਰਮ ਭ੍ਰਸ਼ਟ ਕਰਨ ਤੋਂ ਪਹਿਲਾਂ ਔਰੰਗੇ ਨੂੰ ਸਾਡਾ ਧਰਮ ਪਤਨ ਕਰਨਾ ਪਵੇਗਾ, ਸਾਡਾ ਸੀਸ ਕੱਟਣਾ ਪਵੇਗਾ। ਇਹ ਬਚਨ ਕੀਤਾ ਸੀ ਸਤਿਗੁਰੂ ਨੌਵੇਂ ਪਾਤਸ਼ਾਹ ਨੇ। ਕਹਿ ਬਿਪਰਨ ਸਿਰ ਦਿੱਲੀ ਦਿਓ। ਆਪਣਾ ਸੀਸ ਦੇ ਦਿੱਤਾ ਨੌਵੇਂ ਪਾਤਸ਼ਾਹ ਨੇ, ਪਰ ਆਪਣੇ ਬਚਨ ਤੋਂ ਪਿੱਛੇ ਨਹੀਂ ਹਟੇ। ਐਸੇ ਜਗਤ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ। ਦੋਹਰਾ ਆਨ ਚਿਤ ਬਾਬੇ ਬਚ ਗਏ, ਤਾਂ ਕੀ ਪੜ ਗਈ ਲਾਜ। ਕਹਿੰਦੇ ਬਾਬੇ ਨੇ ਜਿਹੜੇ ਬਚਨ ਕੀਤੇ, ਉਹਨਾਂ ਬਚਨਾਂ ਦੀ ਵੀ ਬਾਬੇ ਨੇ ਲਾਜ ਰੱਖੀ। ਪ੍ਰਾਣ 69 ਮੈਂ ਤਜੇ, ਹੀਣ ਹੋਏ ਮਤਵਾਜ। 69 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਰੀਰ ਦਾ ਤਿਆਗ ਕੀਤਾ ਹੈ। ਇਸ ਕਰਕੇ ਸਿੱਖੋ, ਜਿਹੜਾ ਬਚਨ ਕੀਤਾ ਹੈ ਖਾਲਸੇ ਨਾਲ ਅਸੀਂ ਕਿ ਅਸੀਂ ਸ਼ਹੀਦੀ ਪਾਉਣੀ ਆ, ਉੱਡ ਕੇ ਨਹੀਂ ਜਾਣਾ ਇੱਥੋਂ, ਉਹ ਆਪਣਾ ਬਚਨ ਅਸੀਂ ਪੂਰਾ ਕਰਨਾ ਹੈ। ਅਸੀਂ ਆਪਣੇ ਬਚਨ ਤੋਂ ਨਹੀਂ ਹਾਰਨਾ, ਆਪਣੇ ਬਚਨ ਤੋਂ ਪਿੱਛੇ ਨਹੀਂ ਮੁੜਨਾ। ਦੋਹਰਾ ਸਿੱਖੀ ਜੋ ਸਿੱਧ ਕੀਤੇ ਰਹੇ, ਤਿਨ ਚਿਤ ਯੋਂ ਲਈ ਤਾਰੇ। ਬਾਬਾ ਜੀ ਦੇ ਬਚਨ ਸੁਣ ਕੇ ਸਿੰਘਾਂ ਨੂੰ ਢਾਰਸ ਮਿਲ ਗਈ ਹੈ। ਉਹ ਸਿੱਖ ਰਹਿ ਗਏ ਨੇ ਗੁਰਦਾਸ ਨੰਗਲ ਦੀ ਗੜੀ ਵਿੱਚ। ਗੁਰੂ ਖਾਲਸਾ ਜੀ ਜਿਹੜੇ ਸਿਦਕੀ ਸਨ, ਸਿਦਕ ਵਿੱਚ ਪੂਰੇ ਸਨ, ਜਿਨ੍ਹਾਂ ਨੇ ਆਪਣੇ ਚਿੱਤ ਵਿੱਚ ਧਾਰ ਲਈ ਸੀ, ਔਰ ਬਾਤ ਅਬ ਨੇ ਪਲੀ ਭਲੀ ਮੋਤ ਇਸ ਨਾਰੇ। ਜਿਨ੍ਹਾਂ ਨੇ ਆਪਣੇ ਹਿਰਦੇ 'ਚ ਠਾਣ ਲਈ ਸੀ ਕਿ ਹੁਣ ਕੋਈ ਹੋਰ ਬਾਤ ਸਾਡੇ ਲਈ ਭਲੀ ਨਹੀਂ, ਅਸੀਂ ਤਾਂ ਕੇਵਲ ਹੁਣ ਇੱਥੇ ਮੌਤ ਨੂੰ ਹੀ ਪ੍ਰਵਾਨ ਕਰਨਾ, ਸ਼ਹੀਦੀ ਨੂੰ ਹੀ ਪ੍ਰਾਪਤ ਕਰਨਾ, ਏਦਾਂ ਆਪਣੇ ਹਿਰਦੇ 'ਚ ਠਾਣ ਲਈ ਉਹ ਸਿਦਕੀ ਸਿੱਖ ਕੇਵਲ ਬਾਬਾ ਜੀ ਦੇ ਨਾਲ ਇੱਥੇ ਰਹਿ ਗਏ। ਭੁੱਖਨ ਕੇ ਤਨ ਸੁੱਕ ਗਏ, ਰਹੇ ਸੋ ਸਖਤ ਪ੍ਰਾਣ। ਕਹਿੰਦੇ ਭੁੱਖਿਆਂ ਦੇ ਤਨ ਸੁੱਕ ਗਏ ਨੇ, ਸਰੀਰਾਂ ਤੇ ਚਮੜੀ ਤਾਂ ਦਿਸਦੀ ਨਹੀਂ, ਹੱਡੀਆਂ ਹੀ ਨਜ਼ਰ ਆਉਂਦੀਆਂ ਨੇ, ਉੱਤੇ ਮਾੜਾ ਮਾੜਾ ਪਤਲਾ ਜਿਹਾ ਚਮੜੀ ਦਾ ਲੇਸ ਜਿਹਾ ਦਿਸਦਾ ਹੈ, ਹੱਡ ਹੀ ਹੱਡ ਸਰੀਰ ਦੇ ਨਜ਼ਰ ਆਉਂਦੇ ਨੇ। ਸਰੀਰ ਦੇ ਵਿੱਚ ਜਦੋਂ ਸਾਹ ਚੱਲਦਾ ਤੇ ਨਾੜਾਂ ਦਿਸਦੀਆਂ ਨੇ ਵਿੱਚ। ਫੇਫੜੇ ਜਿਹੜੇ ਨੇ ਨਾ ਸਰੀਰ ਦੇ, ਕੱਪੜੇ ਤਾਂ ਹੁੰਦੇ ਹੀ ਨਹੀਂ ਸਨ ਤਨ ਤੇ ਪਾਉਣ ਨੂੰ, ਉਹ ਫੇਫੜੇ ਨਜ਼ਰ ਆਉਂਦੇ ਸੀ, ਸਾਹ ਲੈਂਦੇ ਆ ਬਸ ਉਹੀ ਨਜ਼ਰ ਆਉਂਦੇ ਨੇ, ਸਸਕਦੇ ਨੇ ਪ੍ਰਾਣ। ਲਖੀ ਨਾ ਹਿੰਮਤ ਸਿੱਖਨ ਮੈਂ, ਤੁਰਕ ਟੁਕੇ ਟਿਗਿਆਣ। ਤੁਰਕਾਂ ਨੇ ਏਦਾਂ ਕਈ ਦਿਨ ਸਿੰਘਾਂ ਨੂੰ ਸਤਾਇਆ, ਵੇਖਿਆ ਵੀ ਇਹਨਾਂ 'ਚ ਹੁਣ ਤਾਣ ਨਹੀਂ ਰਿਹਾ, ਇਹ ਹੁਣ ਭੁੱਖ ਦੇ ਨਾਲ ਮਰਨ ਦੇ ਵਾਲੇ ਤਿਆਰ ਹੋ ਰਹੇ ਨੇ, ਤਾਂ ਹੁਣ ਤੁਰਕਾਂ ਨੇ ਵੀ ਨੇੜੇ ਨੇੜੇ ਹੋ ਕੇ ਮੋਰਚੇ ਲਾਣੇ ਸ਼ੁਰੂ ਕਰ ਦਿੱਤੇ। ਜੋ ਪਈ ਤੋ ਟਿਗ ਟੁਕੁਨ ਪਾਇਓ ਘੇਰੋ। ਨੇੜੇ ਹੋ ਕੇ ਘੇਰਾ ਪਾ ਲਿਆ ਤੁਰਕਾਂ ਨੇ ਗੜੀ ਦੇ। ਨੀਹਲ ਕੰਧ ਟੁਕ ਬਹੇ ਚੁਫੇਰੋ। ਔਰ ਕੰਧ ਜਿਹੜੀ ਨੀਹਲ ਨੇੜੇ ਨੇੜੇ ਜਿਹੜੀ ਖਾਈ ਹੈ ਨਾ, ਤਰਾਈ ਦਾ ਇਲਾਕਾ, ਕਿਲੇ ਦੇ ਚਾਰੇ ਪਾਸੇ ਚਾਰ ਦੀਵਾਰੀ ਦੇ ਨੇੜੇ ਹੋ ਕੇ ਬਹਿੰਦੇ ਹਨ। ਸੋ ਸੁਨਿਓ ਅਬ ਭੂਖ ਕਹਾਣੀ। ਹੁਣ ਸੁਣੋ, ਗੁਰਦਾਸ ਨੰਗਲ ਦੀ ਗੜੀ ਵਿੱਚ ਸਿੰਘਾਂ ਦੀ ਭੁੱਖ ਦੀ ਗਾਥਾ ਸੁਣੋ ਭਾਈ। ਇਹ ਕਹਾਣੀ ਨਹੀਂ ਹੈ ਕੇਵਲ ਕਲਪਨਾ ਦੀ। ਜੇ ਕੋਈ ਆਖੇ ਵੀ ਇਹ ਕਲਪਨਾ ਹੈ, ਆਮ ਕਰਕੇ ਕਹਾਣੀਆਂ ਕਲਪਨਾ ਵਿੱਚੋਂ ਜਨਮ ਲੈਂਦੀਆਂ ਨੇ, ਉਹ ਸੱਚ ਨਹੀਂ ਹੁੰਦੀਆਂ। ਪਰ ਜਿਹੜੀ ਸਿੰਘਾਂ ਦੀ ਇਹ ਭੁੱਖ ਦੀ ਕਹਾਣੀ ਹੈ, ਦਾਸਤਾਨ ਹੈ, ਇਹ ਇਤਿਹਾਸ ਹੈ। ਗੁਰੂ ਖਾਲਸਾ ਜੀ, ਇਹ ਕੋਈ ਕਲਪਨਾ ਨਹੀਂ ਹੈ, ਸੁਣੋ ਉਹਨਾਂ ਨਾਲ ਜਿਵੇਂ ਬੀਤੀ ਹੈ। ਗੁਰਦਾਸਪੁਰੇ ਮਦ ਜਿਵੇਂ ਬਿਹਾਨੀ। ਗੁਰਦਾਸਪੁਰ ਦੇ ਵਿੱਚ ਗੁਰਦਾਸ ਨੰਗਲ ਦੀ ਗੜੀ ਵਿੱਚ ਦੁਨੀ ਚੰਦ ਦੇ ਹਾਤੇ ਵਿੱਚ ਜੋ ਸਿੰਘਾਂ ਨਾਲ ਬੀਤੀ ਆ, ਸੁਣੋ। ਇੱਕ ਟੁਕੜੋ ਕੋਈ ਬਾਹਰੋਂ ਗੇਰੈ। ਇਹ ਸਿੰਘਾਂ ਦਾ ਤਮਾਸ਼ਾ ਵੇਖਣ ਵਾਸਤੇ ਕੀ ਕਰਦੇ ਆ ਤੁਰਕੜੇ? ਇਹ ਬਾਹਰੋਂ ਇੱਕ ਅੱਧੀ ਰੋਟੀ ਦਾ ਟੁਕੜਾ ਵਗਾ ਕੇ ਅੰਦਰ ਸੁੱਟਦੇ ਆ। ਬਾਹਰੋਂ
ਇੱਕ ਅੱਧਾ ਰੋਟੀ ਦਾ ਕੋਈ ਟੁਕੜਾ ਵਗਾ ਕੇ ਅੰਦਰ ਸੁੱਟਦੇ ਹਨ। ਤਿਸ ਕੋ ਚਿਮਰੈ ਚਾਰ ਚੁਫੇਰੈ। ਸਿੰਘ ਭੱਜ ਕੇ ਆਉਂਦੇ ਉਸ ਰੋਟੀ ਦੇ ਟੁਕੜੇ ਨੂੰ ਚਾਰੇ ਪਾਸਿਓਂ ਚਿੰਬੜ ਜਾਂਦੇ ਹਨ। ਭੁੱਖ ਦੇ ਨਾਲ ਜਦੋਂ ਚੰਨ ਵੀ ਉਹਨਾਂ ਨੂੰ ਰੋਟੀ ਨਜ਼ਰ ਆਉਂਦਾ ਸੀ, ਆਕਾਸ਼ ਵਿੱਚ ਪੂਰਨਮਾਸ਼ੀ ਦਾ ਚੰਨ ਏਦਾਂ ਜਾਪਦਾ ਸੀ ਵੀ ਰੋਟੀ ਆ, ਤੇ ਭੱਜ ਕੇ ਹੱਥ ਪਾਉਂਦੇ ਸੀ ਵੀ ਰੋਟੀ ਆ, ਤੋੜ ਕੇ ਮੂੰਹ 'ਚ ਪਾ ਲਈਏ, ਪਰ ਉਹ ਹੱਥ 'ਚ ਨਹੀਂ ਸੀ ਆਉਂਦਾ। ਇਹੋ ਜੀ ਦਸ਼ਾ, ਕਹਿੰਦੇ ਬਾਹਰੋਂ ਤੁਰਕਾਂ ਨੇ ਖੇਲ ਕਰਨੀ, ਤਮਾਸ਼ਾ ਵੇਖਣ ਵਾਸਤੇ ਇੱਕ ਰੋਟੀ ਅੰਦਰ ਸੁੱਟਣੀ। ਝੂਠ ਸੱਚ ਕੋ ਪੁੱਛੇ ਨਾ ਬਾਤ। ਇਹ ਨਹੀਂ ਸੀ ਵੇਖਦੇ ਕਿੱਥੇ ਸਿੰਘ ਵਿਵੇਕੀ ਸਨ। ਹੁਣ ਜਦੋਂ 7 ਮਹੀਨੇ ਬੀਤ ਗਏ ਨੇ ਭੁੱਖ ਦੇ ਨਾਲ, ਇਹ ਗੱਲਾਂ ਅਸੀਂ ਕਹਿਣੀਆਂ ਅੱਜ ਸੁਖਾਲੀਆਂ ਭਵੇਂ ਕਹਿ ਲਈਏ, ਇਹ ਕਿਵੇਂ ਹੋ ਸਕਦਾ ਹੈ ਭਾਈ? 2 ਦਿਨ ਨਹੀਂ ਭੁੱਖ ਨਾਲ ਕੱਟ ਹੁੰਦੇ। 2 ਦਿਨ ਰੋਟੀ ਨਾ ਮਿਲੇ, ਸ਼ੂਗਰ ਘਟ ਜਾਂਦੀ ਹੈ, ਅੱਖਾਂ ਅੱਗੇ ਅੰਧਕਾਰ ਤੇ ਹਨੇਰਾ ਛਾ ਜਾਂਦਾ ਹੈ। ਉਹਨਾਂ ਨੂੰ ਤਾਂ 7 ਮਹੀਨੇ ਬੀਤ ਗਏ ਨੇ ਅੰਦਰ, ਮਿੱਟੀ ਖਾਣ ਤੱਕ ਵੀ ਮਜਬੂਰ ਹੋਏ ਨੇ। ਉਹਨਾਂ ਨਾਲ ਕਿਵੇਂ ਬੀਤਦੀ ਹੋਵੇਗੀ? ਕਦੇ ਉਸ ਵੇਲੇ ਦੇ ਸਮੇਂ ਦੀਆਂ ਪਰਿਸਥਿਤੀਆਂ ਨੂੰ ਆਪਣੇ ਹਿਰਦੇ 'ਚ ਅਨੁਭਵ ਕਰਕੇ ਵੇਖੋ ਕਿ ਕਿਹੋ ਜੀਆਂ ਉਹ ਪਰਿਸਥਿਤੀਆਂ ਹੋਣਗੀਆਂ। ਬਾਹਰੋਂ ਕਹਿੰਦੇ ਜਦੋਂ ਰੋਟੀ ਸੁੱਟਦੇ ਆ ਭੱਜ ਕੇ ਚਿੰਬੜ ਜਾਂਦੇ ਆ ਰੋਟੀ ਨੂੰ। ਇਹ ਨਹੀਂ ਵੇਖਦੇ ਕਿ ਝੂਠੀ ਹੈ ਕਿ ਸੁੱਚੀ ਹੈ। ਨੀਚੋਂ ਖੋਸ ਉੱਚ ਲੈ ਜਾਤ। ਕਹਿੰਦੇ ਥੱਲੋਂ ਨੀਵੇਂ ਕੋਲੋਂ ਖੋ ਕੇ ਉੱਚਾ ਲੈ ਜਾਂਦਾ, ਉੱਚੇ ਕੋਲੋਂ ਨੀਵਾਂ ਖੋ ਲੈਂਦਾ। ਤਰਬੂਜ ਖਰਬੂਜ ਕੋ ਖੋਪਰ ਬਗਾ ਹੈ। ਫਿਰ ਬਾਹਰੋਂ ਕੋਈ ਤਰਬੂਜ ਖਾਣਾ ਜਾਂ ਖਰਬੂਜਾ ਖਾਣਾ ਨਾ, ਤੇ ਤਰਬੂਜ ਤੇ ਖਰਬੂਜੇ ਦਾ ਜਿਹੜਾ ਖੋਪਰ ਹੁੰਦਾ ਉੱਪਰਲਾ ਛਿਲਕਾ, ਉਹ ਵਗਾ ਕੇ ਅੰਦਰ ਸੁੱਟਣਾ। ਇੱਕ ਇੱਕ ਪਰ ਗਿਰ 10-10 ਪਾਹੇ। ਹੁਣ ਇੱਕ ਇੱਕੋ ਡਿੱਗਣਾ, ਉਹਦੇ ਤੇ 10-10 ਜਣਿਆਂ ਨੇ ਝਪਟ ਮਾਰ ਕੇ ਖਾਣ ਦਾ ਯਤਨ ਕਰਨਾ। ਇਹੋ ਜੀ ਡਾਢੀ ਭੁੱਖ ਦੇ ਨਾਲ ਸਤਾਏ ਹੋਏ ਨੇ। ਜੋ ਕੋ ਨੀਚਿਓਂ ਟੁਕੜਾ ਦਿਖਾਵੇ। ਤੇ ਫਿਰ ਉਹ ਕਿਲੇ ਦੇ ਉੱਤੇ ਸਿੰਘ ਹੁੰਦੇ ਨਾ, ਕੰਧ ਦੇ ਉੱਤੇ, ਇਹ ਥੱਲੇ ਹੁੰਦੇ ਤੁਰਕ, ਤੇ ਥੱਲੋਂ ਏਦਾਂ ਰੋਟੀ ਵਿਖਾਉਂਦੇ ਆ ਉਹਨਾਂ ਨੂੰ, ਕਹਿੰਦੇ ਖਾਣੀ ਆ ਰੋਟੀ, ਏਦਾਂ ਵਿਖਾਉਂਦੇ ਆ ਦੂਰੋਂ ਪ੍ਰਸ਼ਾਦਾ। ਕੰਧੋਂ ਡਿੱਗ ਡਿੱਗੇ ਉਸ ਵੱਲ ਪਾਵੇ। ਉਹ ਇੰਨੇ ਜ਼ਿਆਦਾ ਭੁੱਖ ਨਾਲ ਬਿਹਾਲ ਹੋਏ ਨੇ ਸਿੰਘ। ਕਈ ਸਿੰਘ ਕਹਿੰਦੇ ਉਹ ਰੋਟੀ ਵੇਖ ਕੇ ਭੁੱਲ ਜਾਂਦੇ ਆ ਵੀ ਬਾਹਰ ਇਹ ਮਲੇਛ ਨੇ, ਉੱਤੋਂ ਛਾਲ ਮਾਰਦੇ ਤੇ ਕੰਧ ਤੋਂ ਥੱਲੇ ਡਿੱਗ ਕੇ ਮਰ ਜਾਂਦੇ, ਸ਼ਹੀਦੀ ਪਾ ਜਾਂਦੇ। ਹਾਂਜੀ, ਰੋਟੀ ਸੋ ਉਨ ਚੰਦ ਦਿਸਾਵੇ। ਕਹਿੰਦੇ ਚੰਨ ਚੜਿਆ ਆਕਾਸ਼ ਵਿੱਚ ਵੀ ਉਹਨਾਂ ਨੂੰ ਰੋਟੀ ਨਜ਼ਰ ਆਉਂਦੀ ਹੈ। ਆ ਜਦੋਂ ਪੁੰਨਿਆਂ ਦੀ ਰਾਤ ਹੁੰਦੀ ਹੈ ਨਾ, ਕਦੇ ਚੰਨ ਨੂੰ ਵੇਖ ਕੇ ਕੱਲੀ ਚੰਨ ਦੀ ਸੁੰਦਰਤਾ ਨਾ ਤੱਕਿਓ। ਇਹ ਵੀ ਯਾਦ ਕਰਿਓ ਕਿ ਗੁਰਦਾਸ ਨੰਗਲ ਦੀ ਗੜੀ ਵਿੱਚ ਇਸੇ ਚੰਨ ਨੂੰ ਰੋਟੀ ਸਮਝ ਕੇ ਸਿੰਘ ਹੱਥ ਪਸਾਰਦੇ ਸਨ। ਆਪਣੇ ਸ਼ਹੀਦਾਂ ਨੂੰ ਸਿਮਰਤੀ 'ਚ ਲਿਆਇਆ ਕਰੀਏ, ਆਪਣੇ ਚੇਤੇ ਵਿੱਚ ਲਿਆਇਆ ਕਰੀਏ। ਹੱਥ ਉਠਾਵੇ ਹੱਥ ਨਾ ਆਵੇ। ਹੱਥ ਉਠਾਉਂਦੇ ਸੀ ਵੀ ਰੋਟੀ ਹੈ, ਅੰਧਕਾਰ ਜਿਹਾ ਅੱਖਾਂ ਅੱਗੇ ਛਾਇਆ ਹੋਣਾ ਭੁੱਖ ਨਾਲ, ਹੱਥ ਪਸਾਰਨਾ, ਪਰ ਉਹ ਚੰਦ ਹੱਥ ਵਿੱਚ ਨਹੀਂ ਆਉਂਦਾ। ਜੀਤੀ ਬਾਤ ਉਆ ਭੁੱਖ ਕੀ ਭਾਈ। ਕਹਿੰਦੇ ਭੁੱਖ ਦੇ ਬਾਬਤ ਉੱਥੇ ਜਿੰਨੀਆਂ ਬਾਤਾਂ ਹੋਈਆਂ ਨੇ, ਉੱਥੇ ਜਿਵੇਂ ਜਿਵੇਂ ਬੀਤੀ ਐ, ਸੋ ਸਭ ਹਮ ਤੇ ਲਿਖੀ ਨਾ ਗਈ। ਭਾਈ ਰਤਨ ਸਿੰਘ ਕਹਿੰਦੇ ਜਦੋਂ ਮੈਂ ਲਿਖਦਾ ਮੇਰੀ ਕਲਮ ਰੁਕ ਜਾਂਦੀ ਹੈ, ਮੇਰੀ ਅੱਖਾਂ ਦੇ ਵਿੱਚ ਨੇਤਰ ਭਰ ਜਲ ਭਰ ਆਉਂਦਾ, ਮੈਨੂੰ ਅੱਖਰ ਦਿਸਣੋਂ ਬੰਦ ਹੋ ਜਾਂਦੇ ਨੇ, ਮੈਂ ਕਿਵੇਂ ਲਿਖਾਂ? ਮੇਰੀ ਕਲਮ ਰੁਕ ਜਾਂਦੀ ਹੈ, ਕੰਠ ਭਰ ਆਉਂਦਾ ਹੈ। ਕਹਿੰਦੇ ਮੈਂ ਉਹ ਸਾਰੀ ਵਿਥਿਆ ਕਿੱਥੇ ਲਿਖ ਸਕਾਂਗਾ? ਮੇਰੇ ਕੋਲੋਂ ਕਿੱਥੇ ਲਿਖੀ ਜਾ ਸਕਦੀ ਹੈ? ਉੱਥੇ ਤਾਂ ਪੱਥਰ ਵੀ ਕੋਮਲ ਹੋ ਜਾਣ, ਮੋਮ ਬਣ ਜਾਣ, ਪਿੰਗਲ ਜਾਣ। ਮੈਂ ਤਾਂ ਇਨਸਾਨ ਆ, ਮੇਰੇ ਅੰਦਰ ਤਾਂ ਮਾਸ ਦੇ ਲੋਥੜੇ ਵਾਲਾ ਦਿਲ ਹੈ। ਮੈਂ ਕਿਵੇਂ ਲਿਖਾਂ, ਕਿਵੇਂ ਬਿਆਨ ਕਰਾਂ ਜੋ ਉਹਨਾਂ ਸਿੰਘਾਂ ਨਾਲ ਬੀਤੀ ਹੈ? ਦੋਹਰਾ ਸੋਪੀ ਬੰਦੇ ਤੋ ਸੰਗੈ, ਅੰਦਰ ਦੇਹ ਨਾ ਪੈਰ। ਭਾਵੇਂ ਕਿ ਸਿੰਘਾਂ ਦੇ ਹਾਲਾਤ ਇਹ ਨੇ, ਪਰ ਤੁਰਕ ਹਾਲੇ ਵੀ ਡਰਦੇ ਨੇ, ਬਾਹਰ ਖੜੇ ਨੇ। ਹਾਲਾਂਕਿ ਸਿੰਘਾਂ 'ਚ ਲੜਨ ਜੋਗੇ ਤਾਣ ਨਹੀਂ ਰਹੇ, ਸਰੀਰ ਹੱਡਾਂ ਦੀਆਂ ਮੁੱਠੀਆਂ ਹੀ ਹੋ ਗਈਆਂ ਨੇ। ਚਮੜੀ ਤਾਂ ਦਿਸਦੀ ਨਹੀਂ ਤਨ ਦੇ ਉੱਤੇ, ਧਵਨੀਆਂ ਨਾੜੀਆਂ ਦਿਸਦੀਆਂ ਨੇ, ਫੇਫੜੇ ਸਾਹ ਲੈਂਦੇ ਨਜ਼ਰ ਆਉਂਦੇ ਨੇ। ਚਿਹਰੇ ਏਦਾਂ ਨੇ ਜਿਵੇਂ ਬੜੇ ਡਰਾਉਣੇ। ਅੱਗੇ ਕਥਾ ਆ ਰਹੀ ਹੈ, ਪਰ ਫਿਰ ਵੀ ਬਾਹਰ ਬੈਠੇ ਤੁਰਕ ਡਰਦੇ ਨੇ, ਕਿਉਂਕਿ ਉਹਨਾਂ ਅੰਦਰ ਖੌਫ ਹੈ ਕਿ ਇਹਨਾਂ ਦੇ ਅੰਦਰ ਨਾਲ ਬਾਬਾ ਬੰਦਾ ਸਿੰਘ ਬਹਾਦਰ ਬੈਠਾ ਹੋਇਆ।
ਬਾਬਾ ਬੰਦਾ ਸਿੰਘ ਬਹਾਦਰ ਦਾ ਖੌਫ ਬਾਹਰ ਬੈਠੇ ਤੁਰਕਾਂ ਦੇ ਹਾਲੇ ਵੀ ਦਿਲਾਂ ਵਿੱਚ ਹੈ। ਮਤ ਕਤ ਕਰੇ ਸੋ ਛਲ ਕੋ ਹੋਏ ਜਾਏ ਬਿੱਲੀਓਂ ਸ਼ੇਰ। ਕਹਿੰਦੇ ਕਿਤੇ ਸਾਡੇ ਨਾਲ ਬੰਦਾ ਕੋਈ ਛਲ ਹੀ ਨਾ ਕਰੇ, ਇਹ ਨਾ ਹੋਵੇ ਹੁਣੇ ਸਾਨੂੰ ਬਿੱਲੀਆਂ ਨਜ਼ਰ ਆਉਂਦੇ ਐ, ਇਹ ਬਿੱਲੀਆਂ ਤੋਂ ਸ਼ੇਰ ਨਾ ਬਣ ਜਾਣ ਕਿਤੇ। ਇਸ ਕਰਕੇ ਤੁਰਕ ਡਰਦੇ ਹੋਏ ਬਾਹਰ ਬੈਠੇ ਨੇ। ਚੌਪਈ ਤੋਪੀ ਬੰਦੇ ਨਿਕਟ ਨ ਆਵੇ, ਫਿਰ ਵੀ ਬਾਬਾ ਬੰਦਾ ਸਿੰਘ ਜੀ ਦੇ ਨੇੜੇ ਆਉਣ ਤੋਂ ਡਰਦੇ ਹਨ। ਜਨ ਉਨ ਭੂਖੋ ਬੰਦੋ ਹੀ ਖਾਵੇ। ਉਹਨਾਂ ਨੂੰ ਏਦਾਂ ਡਰ ਆ ਵੀ ਬੰਦਾ ਭੁੱਖਾ ਹੈ, ਬੰਦਾ ਵੀ ਭੁੱਖਾ ਹੈ ਅੰਦਰ। ਡਰੇ ਆ ਤੁਰਕਾਂ ਨੂੰ ਵੀ ਕਿਸੇ ਅਸੀਂ ਅੰਦਰ ਜਾਈਏ ਤੇ ਸਾਨੂੰ ਹੀ ਨਾ ਖਾ ਜਾਵੇ, ਸਾਨੂੰ ਹੀ ਨਾ ਭੱਖ ਜਾਵੇ। ਬੰਦੇ ਤੋਂ ਯੋਂ ਡਰੇ ਤੁਰਕਾਨ। ਇਹ ਜਿੰਨਾ ਤੁਰਕਾਨਾ ਬਾਹਰ ਬੈਠਾ ਅਬਦੁਲ ਸਮੁੰਦ ਖਾਂ ਤੇ ਉਹਦੇ ਪੁੱਤਰਾਂ ਸਮੇਤ ਜ਼ਕਰੀਆ ਵੀ ਇੱਥੇ ਹਾਜ਼ਰ ਸੀ, ਜਿਹੜਾ ਅਬਦੁਲ ਸਮੁੰਦ ਖਾਂ ਤੋਂ ਬਾਅਦ ਲਾਹੌਰ ਦਾ ਸੂਬੇਦਾਰ ਗਵਰਨਰ ਬਣਿਆ ਸੀ, ਉਹ ਵੀ ਇੱਥੇ ਮੌਜੂਦ ਸੀ। ਪਾਪੀ ਮਲੇਛ ਕਹਿੰਦੇ ਏਦਾਂ ਡਰਦੇ ਨੇ ਬਾਹਰ ਬੈਠੇ। ਮਰਿਓ ਸ਼ੇਰ ਮਤ ਲੈ ਉੱਠੇ ਪ੍ਰਾਨ। ਜਿਵੇਂ ਸ਼ੇਰ ਮਰਿਆ ਪਿਆ ਹੋਵੇ ਨਾ, ਤੇ ਮਰੇ ਪਏ ਸ਼ੇਰ ਕੋਲੋਂ ਵੀ ਡਰ ਆਉਂਦਾ, ਖੌਫ ਆਉਂਦਾ ਵੀ ਕਿਤੇ ਦੁਬਾਰਾ ਨਾ ਉੱਠ ਜਾਏ, ਇਹਦੇ ਚ ਦੁਬਾਰਾ ਨਾ ਕਿਤੇ ਪ੍ਰਾਣ ਆ ਜਾਣ। ਬੰਦੇ ਤੇ ਇਤ ਵਿਦਵੈ ਡਰੈ। ਕਹਿੰਦੇ ਏਦਾਂ ਬੰਦੇ ਤੋਂ ਡਰਦੇ ਹਨ। ਮਤ ਕਤ ਔਰ ਬੰਦਈ ਆ ਪਰੈ। ਕਿਤੇ ਹੋਰ ਸਿੰਘ ਬਾਹਰੋਂ ਜਿਹੜੇ ਬੰਦੇ ਦੇ ਨਾਲ ਜੁੜੇ ਹੋਏ ਨੇ ਉਹ ਸਾਡੇ ਤੇ ਨਾ ਆ ਕੇ ਪੈ ਜਾਣ। ਕਈ ਕਹੇ ਕੁੰਡ ਬੰਦੇ ਬਣਾਈ। ਗੱਲਾਂ ਜਿੰਨੇ ਮੂੰਹ ਓਨੀਆਂ ਗੱਲਾਂ ਹੁੰਦੀਆਂ ਨੇ ਲੋਕਾਂ ਦੀਆਂ। ਕਈ ਕਹਿੰਦੇ ਵੀ ਬੰਦੇ ਨੇ ਨਾ ਅੰਦਰ ਕੁੰਡ ਬਣਾਇਆ ਹੋਇਆ ਬੜਾ ਵੱਡਾ, ਏਦਾਂ ਕਹਿੰਦੇ ਬਾਹਰ ਤੁਰਕ ਜਿਹੜੇ ਬੈਠੇ ਨੇ। ਹਾਲਾਂਕਿ ਕੋਈ ਕੁੰਡ ਨਹੀਂ ਸੀ ਬਣਾਇਆ, ਪਰ ਬਾਹਰ ਬੈਠੇ ਅੰਦਾਜ਼ੇ ਲਾਉਂਦੇ। ਕਹਿੰਦੇ ਅੰਦਰ ਨਾ ਬੰਦੇ ਨੇ ਬੜਾ ਵੱਡਾ ਕੁੰਡ ਬਣਾਇਆ ਹੋਇਆ ਹੈ। ਸਰਪਨ ਜਿਮ ਆਪ ਮਰੇ ਸਿੰਘ ਆਈ। ਉਸ ਕੁੰਡ 'ਚ ਸਿੰਘ ਆਪੇ ਹੀ ਭੱਜੇ ਆਉਂਦੇ ਆ ਸੱਪਾਂ ਵਾਂਗੂ ਮਰਨ ਵਾਸਤੇ। ਇਹੋ ਜਿਹੇ ਨੇ ਬੰਦੇ ਦੇ ਨਾਲ ਦੇ ਸਾਥੀ। ਜੇ ਕੋ ਬੰਦੇ ਪੈ ਖਰਚ ਪੁਚਾਵੇ। ਤੇ ਜਿਹੜੇ ਆ ਕੇ ਕੋਈ ਬੰਦੇ ਕੋਲ ਖਰਚ ਪਹੁੰਚਾਉਂਦੇ ਆ, ਫਿਰ ਬੰਦੋ ਨੇ ਹਮ ਹੱਥ ਆਵੇ। ਜੇ ਉਹ ਆ ਗਏ ਤੇ ਬੰਦੇ ਨੇ ਸਾਡੇ ਹੱਥ ਨਹੀਂ ਆਉਣਾ, ਇਹਨੇ ਸਾਡੇ ਹੱਥ ਨਹੀਂ ਲੱਗਣਾ। ਜੈਸੇ ਪਿਆਸੇ ਮੁਖ ਪਰੇ ਪਾਣੀ। ਜੇ ਬੰਦੇ ਦੇ ਸਾਥੀ ਬਾਹਰੋਂ ਆ ਕੇ ਬੰਦੇ ਨਾਲ ਰਲ ਗਏ, ਉਹ ਗੱਲ ਹੋਣੀ ਜਿਵੇਂ ਪਿਆਸੇ ਦੇ ਮੂੰਹ 'ਚ ਪਾਣੀ ਪੈ ਜਾਏ। ਪਿਆਸ ਮਿਟੇ ਹੋਵੇ ਸਾਵਧਾਨੀ। ਨਾਲੇ ਪਿਆਸੇ ਦੀ ਪਿਆਸ ਮਿਟ ਜਾਂਦੀ ਆ ਤੇ ਫਿਰ ਉਹ ਸਾਵਧਾਨ ਹੋ ਕੇ ਲੜਦਾ ਹੈ। ਦੋਹਰਾ ਜੈਸੇ ਡੱਡ ਹੋਏ ਪਰਿਓ ਜੇਠ ਕਾਮ ਮੁਰਝਾਏ। ਜੇਠ ਦੇ ਮਹੀਨੇ ਦੀ ਗਰਮੀ ਨਾਲ ਜਿਵੇਂ ਡੱਡੂ ਨਹੀਂ ਮੁਰਝਾਏ ਪਏ ਹੁੰਦੇ, ਖੇਤਾਂ 'ਚ ਹਿੱਲਦੇ ਹੀ ਨਹੀਂ ਹਨ। ਜਦੋਂ ਸਾਵਣ ਆਉਂਦਾ, ਮੀਂਹ ਪੈਂਦਾ ਤੇ ਉਦੋਂ ਵੀ ਕੜਾਂ ਕੜਾਂ ਕਰਕੇ ਬੋਲਦੇ। ਪਰ ਜੇਠ ਦੀ ਗਰਮੀ ਦੇ ਵਿੱਚ ਕਹਿੰਦੇ ਜਿਵੇਂ ਡੱਡੂ ਮਿੱਟੀ ਜੀ ਵਿੱਚ ਪਿਆ ਹੋਇਆ, ਬਿਲਕੁਲ ਸੁਸਤ ਜਿਹਾ ਹੋਇਆ ਪਿਆ ਹੁੰਦਾ, ਮੁਰਝਾਇਆ ਹੋਇਆ। ਬਰਖਾ ਪਰਤੇ ਸਾਰ ਹੀ ਹੋਵਤ ਸਭ ਜੀਵਾਏ। ਮਰਿਆਂ ਵਾਂਗੂ ਪਿਆ ਹੁੰਦਾ ਡੱਡੂ। ਜਦੋਂ ਮੀਂਹ ਪੈਂਦਾ ਪਤਾ ਨਹੀਂ ਕਿੱਥੋਂ ਨਿਕਲ ਆਉਂਦੇ ਆ ਕਿਨਾਰਿਆਂ ਤੇ ਬੈਠੇ, ਸੈਂਕੜਿਆਂ ਦੀ ਗਿਣਤੀ 'ਚ ਖੇਤਾਂ ਵਿੱਚ। ਕਹਿੰਦੇ ਉਹ ਸਾਰੀ ਮਾਨੋ ਮਰਨ ਤੋਂ ਬਾਅਦ ਜੀਵ ਪੈਂਦੇ ਹਨ। ਤੁਰਕ ਦਲੀਲਾਂ ਬੋ ਕਰੇ ਕਰ ਕਰ ਯੋਂ ਸੰਕਾਏ। ਇਦਾਂ ਬਾਹਰ ਤੁਰਕ ਬੜੀਆਂ ਦਲੀਲਾਂ ਕਰ ਕਰਕੇ ਸ਼ੰਕਾ ਕਰਦੇ, ਮਨ 'ਚ ਡਰਦੇ ਨੇ। ਮਤ ਕਤ ਖਾਲਸਾ ਆਰਲੇ ਆਕੀ ਹੋਏ ਗੜ ਮਾਏ। ਕਿਤੇ ਸਿੰਘ ਨਾ ਆ ਕੇ ਇਹਨਾਂ ਨਾਲ ਰਲ ਜਾਣ, ਤੇ ਉਹ ਆ ਕੇ ਇਹਨਾਂ ਨਾਲ ਰਲ ਗਏ ਤੇ ਇਹਨਾਂ ਵਿੱਚ ਵੀ ਜਾਨ ਪੈ ਜਾਣੀ ਹੈ। ਇਹ ਆਕੀ ਹੋ ਕੇ ਕਿਤੇ ਮੁੜ ਕੇ ਕਿਲੇ ਵਿੱਚ ਫਿਰ ਸਾਡੇ ਨਾਲ ਲੜਨ ਵਾਸਤੇ ਤਿਆਰ ਨਾ ਹੋ ਜਾਣ। ਚੌਪਈ ਅਬ ਇਨਕੋ ਕਿਮ ਥੋੜੇ ਕਰੋ। ਕਹਿੰਦੇ ਕਿਸੇ ਤਰੀਕੇ ਇਹਨਾਂ ਦੀ ਗਿਣਤੀ ਘਟਾਈਏ, ਇਹਨਾਂ ਨੂੰ ਥੋੜਿਆਂ ਕਰੀਏ। ਮਾਰ ਕੂਟ ਕਰ ਬਾਹਰ ਨਿਕਰੋ। ਮਾਰ ਕੁੱਟ ਕੇ ਇਹਨਾਂ ਨੂੰ ਕਿਸੇ ਤਰੀਕੇ ਨਾਲ ਇਸ ਗੜੀ ਚੋਂ ਬਾਹਰ ਕੱਢੋ। ਥੋੜੇ ਕਰ ਬੰਦੇ ਫੜ ਲਿਓ। ਜਦੋਂ ਸਿੰਘ ਥੋੜੇ ਰਹਿ ਜਾਣਗੇ ਫਿਰ ਬੰਦੇ ਨੂੰ ਵੀ ਫੜ ਲਵਾਂਗੇ। ਤੋ ਦਿੱਲੀ ਫੜ ਭੇਜੈ ਦਿਓ। ਔਰ ਫੜ ਕੇ ਬੰਦੇ ਨੂੰ ਦਿੱਲੀ ਭੇਜਾਂਗੇ ਬੰਨ ਕੇ। ਯੋਂ ਤੁਰਕਨ ਮਿਲ ਗੱਲ ਠਹਿਰਾਈ। ਇਹ ਤਾਂ ਇਹਨਾਂ ਸਾਰੇ ਤੁਰਕਾਂ ਨੇ ਰਲ ਕੇ ਸਲਾਹ ਕੀਤੀ। ਇੱਕ ਔਰ ਦਿਓ ਰਹਾ
ਕਢਾਈ। ਕਹਿੰਦੇ ਇੱਕ ਪਾਸਿਓਂ ਰਸਤਾ ਖੋਲ ਦਿੰਨੇ ਆ ਵੀ ਜਿੱਧਰੋਂ ਇਹ ਨਿਕਲ ਜਾਣ। ਇਮ ਕਹਿ ਤੁਰਕ ਦਿਵਾਇਓ ਹੋਕੋ। ਇਦਾਂ ਕਹਿ ਕੇ ਤੁਰਕਾਂ ਨੇ ਹੋਕਾ ਦਵਾਇਆ। ਰਸਤੋ ਲਿਓ ਉਹ ਨਿਕਲ ਜਾਓ ਲੋਕੋ। ਆਖਿਆ ਅਸੀਂ ਤੁਹਾਨੂੰ ਰਸਤਾ ਦੇ ਦਿੱਤਾ ਸਿੰਘੋ, ਜਿਨ੍ਹਾਂ ਨੇ ਨਿਕਲਣਾ ਇੱਥੋਂ ਨਿਕਲ ਜਾਓ। ਛੱਡ ਛੱਡ ਸ਼ਸਤਰ ਲਾਗੇ ਜਾਣ। ਇਹ ਸੁਣ ਕੇ ਕਈਆਂ ਨੇ ਜਾਣ ਦੀ ਤਿਆਰੀ ਵੀ ਕਰ ਲਈ, ਕਈ ਜਾਣ ਵੀ ਲੱਗੇ। ਭੁੱਖ ਕੀਏ ਤੇ ਲੋਕ ਹੈਰਾਨ। ਕਿਉਂ ਗਏ? ਕਿਉਂਕਿ ਭੁੱਖ ਨੇ ਬਹੁਤਾ ਹੈਰਾਨ ਕਰ ਦਿੱਤਾ ਸੀ। ਭੁੱਖ ਦੇ ਡਾਢੇ ਦੁੱਖ ਨੂੰ ਬਰਦਾਸ਼ਤ ਕਰਨਾ ਔਖਾ ਸੀ। ਪੇਟ 'ਚ ਸੂਲ ਉੱਠਦਾ ਸੀ। ਅਤੀਸਾਰ ਲੱਗੇ ਹੋਏ ਸਨ ਬਹੁਤਿਆਂ ਨੂੰ। ਸਿੱਖ ਸਿੱਧਕੀ ਕਛ ਥੋੜੇ ਰਹੇ। ਹੁਣ ਜਿਹੜੇ ਸਿੱਧਕੀ ਸਿੰਘ ਸਨ ਉਹੀ ਰਹਿ ਗਏ ਅੰਦਰ। ਛੱਡ ਹਥਿਆਰ ਸੋ ਪੈ ਰਹੇ। ਉਹਨਾਂ ਕੋਲੋਂ ਵੀ ਹਥਿਆਰ ਚੁੱਕਣ ਦੀ ਕਿੱਥੇ ਹਿੰਮਤ ਸੀ। ਤਲਵਾਰ ਚੁੱਕਣੀ ਵੀ ਉਹਨਾਂ ਨੂੰ ਔਖੀ ਲੱਗਦੀ ਸੀ, ਬਾਹਾਂ 'ਚ ਜਾਨ ਹੀ ਨਹੀਂ ਸੀ ਰਹੀ। ਹਥਿਆਰ ਚੁੱਕਣ ਤੋਂ ਵੀ ਉਹ ਰਹਿ ਗਏ, ਪਏ ਹੋਏ ਨੇ ਜ਼ਮੀਨ ਦੇ ਉੱਤੇ ਭੂਏ। ਜੋ ਕੋ ਉਨ ਛੇੜਿਓ ਚਾਹੇ। ਜੇ ਕੋਈ ਉਹਨਾਂ ਨੂੰ ਕੋਈ ਛੇੜਨਾ ਚਾਹੇ ਆ ਕੇ, ਇੱਕ ਕੀ ਜਗ੍ਹਾ ਅੱਗਿਓਂ ਦੱਸ ਤੇ ਕਹੇ। ਕਹਿੰਦੇ ਲੰਮਾ ਪਏ ਨੇ ਜ਼ਮੀਨ ਤੇ, ਹਥਿਆਰ ਵੀ ਡਿੱਗੇ ਹੋਏ ਨੇ, ਕਰੰਟ ਪੂਰਾ ਅੰਦਰ। ਕਿਵੇਂ? ਕਹਿੰਦੇ ਜੇ ਕੋਈ ਬਾਹਰੋਂ ਤੁਰਕ ਵੇਖ ਕੇ ਛੇੜਦਾ ਨਾ, ਕੋਈ ਔਖਾ ਭਾਰਾ ਹੋ ਕੇ ਬੋਲਦਾ, ਉਹ ਪਏ ਪਏ ਜ਼ਮੀਨ ਦੇ ਉੱਤੇ 10-10 ਸੁਣਾ ਦਿੰਦੇ ਆ ਤੁਰਕਾਂ ਨੂੰ। ਲੜਨ ਵਾਸਤੇ ਹੌਸਲਾ ਪੂਰਾ, ਪਰ ਕੀ ਕਰਨ, ਸਰੀਰਾਂ 'ਚ ਤਾਣ ਕੋਈ ਨਹੀਂ, ਪਰ ਹੌਸਲਾ ਹਾਲੇ ਵੀ ਬੁਲੰਦ ਹੈ। ਹਾਂਜੀ, ਮਜੈਲ ਅੜਬਾਈ ਛੋੜੇ ਨਾਏ। ਬਹੁਤੇ ਨਾ ਜੋ ਮਾਝੇ ਦੇ ਸਿੰਘ ਸਨ, ਤੇ ਮਾਝੇ ਦੇ ਮਝੈਲ ਜਿਹੜੇ ਸਿੰਘ ਇੱਥੇ ਲੜਨ ਵਾਲੇ ਨੇ, ਉਹ ਅੜਬਾਈ ਨਹੀਂ ਛੱਡਦੇ ਆਪਣੀ। ਲੜਨ ਮਰਨ ਤੇ ਨੈ ਸੰਕਾਏ। ਉਹ ਨਾ ਲੜਨ ਤੋਂ ਡਰਦੇ ਨੇ, ਨਾ ਮਰਨ ਤੋਂ ਸ਼ੰਕਾ ਕਰਦੇ ਨੇ। ਦੋਹਰਾ ਰੱਸੀ ਜਲੀ ਨਾ ਵਟ ਜਲਿਓ। ਬਲ ਗਇਓ ਨਾ ਗਇਓ ਗੁਮਾਨ। ਜਦੋਂ ਲੜਨ ਨੂੰ ਤਿਆਰ ਨੇ, ਤਾਂ ਹਾਲਾਂਕਿ ਤਲਵਾਰਾਂ ਡਿੱਗੀਆਂ ਪਈਆਂ, ਸਰੀਰਾਂ 'ਚ ਤਾਣ ਕੋਈ ਨਹੀਂ, ਡਿੱਗੇ ਪਏ ਨੇ ਜ਼ਮੀਨ ਤੇ। ਤੇ ਜਦੋਂ ਇੱਕ ਕੋਈ ਗੱਲ ਕਹਿੰਦਾ ਨਾ, ਤੁਰਕ ਅੱਗੋਂ 10 ਸੁਣਾਉਂਦੇ। ਤੇ ਤੁਰਕ ਪਤਾ ਕੀ ਕਹਿੰਦੇ? ਕਹਿੰਦੇ ਰੱਸੀ ਸੜ ਗਈ, ਵਲ ਨਹੀਂ ਗਿਆ ਇਹਨਾਂ ਦਾ। ਰੱਸੀ ਜਲੀ ਨਾ ਵਟ ਜਲਿਓ। ਕਹਿੰਦੇ ਰੱਸੀ ਸੜ ਗਈ ਪਰ ਵਲ ਨਹੀਂ ਗਿਆ ਇਹਨਾਂ ਦਾ। ਬਲ ਗਇਓ, ਬਲ ਚਲਾ ਗਿਆ ਸਰੀਰ ਦਾ, ਲੜਨ ਜੋਗੇ ਨਹੀਂ ਹਨ। ਪਰ ਨਾ ਗਇਓ ਗੁਮਾਨ, ਅੰਦਰ ਗੁਮਾਨ ਨਹੀਂ ਜਾਂਦਾ ਇਹਨਾਂ ਅੰਦਰੋਂ ਲੜਨ ਦਾ। ਹਾਲੇ ਵੀ ਪੂਰੇ ਉਸੇ ਤਰ੍ਹਾਂ ਹੀ ਸੁਰਤੀ ਰੱਖਦੇ ਆ ਲੜਨ ਵਾਲੀ। ਸ਼ਸਤਰ ਛੁਟੇ ਨਾ ਬਲ ਛੁਟਿਓ। ਐਸ ਮਝੈਲ ਜਵਾਨ। ਕਹਿੰਦੇ ਸ਼ਸਤਰ ਛੁੱਟ ਗਏ ਨੇ, ਬਲ ਨਹੀਂ ਛੁੱਟਿਆ। ਇਹੋ ਜੇ ਮਝੈਲ ਨੇ ਜਵਾਨ ਯੋਧੇ ਮਾਝੇ ਦੇ। ਲਰਨੇ ਤੇ ਵਿਆਹ ਕਿਆ ਡਰੇ ਰਹੇ ਸਾਸੇ ਉਨ ਟੂਕ। ਕਹਿੰਦੇ ਇਹਨਾਂ ਨਾਲ ਲੜਨ ਤੋਂ ਵੀ ਕੀ ਡਰਦੇ ਨੇ? ਉਹ ਵੀ ਡਰਦੇ ਨੇ ਤੁਰਕ, ਜਿਹੜੇ ਕੇਵਲ ਸਾਹ ਦੀਆਂ ਫੂੰਕਾਂ ਹੀ ਰਹਿ ਗਈਆਂ ਨੇ। ਬਸ ਧੋਕਣੀ ਜੀ ਜਿਵੇਂ ਚੱਲਦੀ ਹੁੰਦੀ, ਏਦਾਂ ਫੇਫੜਿਆਂ 'ਚ ਸਾਹ ਹੀ ਚੱਲਦੇ ਦਿਸਦੇ ਆ। ਸਾਹ ਹੋਰ ਪੇਟ ਵੀ ਨਹੀਂ ਹਿੱਲਦਾ ਨਜ਼ਰ ਆਉਂਦਾ, ਉਹ ਤਾਂ ਨਾਲ ਹੀ ਲੱਗ ਗਿਆ। ਪਿਛਲੀ ਪਾਸੋਂ ਜਿਹੜੀ ਰੀੜ ਦੀ ਹੱਡੀ ਦੀ ਕੰਗਰੋੜ ਹੈ, ਉਹ ਵੀ ਨਜ਼ਰ ਆਉਣ ਲੱਗ ਪਈ ਆ ਸਿੰਘਾਂ ਦੀ। ਕੰਗਰੋੜ ਤੱਕ ਪਿਛਲੇ ਪਾਸਿਓਂ ਨਜ਼ਰ ਆਉਂਦੀ ਆ ਤਨ ਦੀ। ਪਰ ਫਿਰ ਵੀ ਤੁਰਕਾਂ ਅੰਦਰ ਹੌਸਲਾ ਨਹੀਂ ਪੈਂਦਾ ਲੜਨ ਦਾ। ਖਾਲਸੇ ਦਾ ਅੰਦਰ ਇਹੋ ਜਿਹਾ ਪ੍ਰਤਾਪ ਹੈ। ਇਮ ਪੀਉਨ ਕੋ ਨੈ ਛੱਡੈ ਜਾਂ ਮੈਂ ਥੋ ਨੈ ਲੂਕ। ਕਹਿੰਦੇ ਇਦਾਂ ਦੇ ਸਿੰਘਾਂ ਨੂੰ ਵੀ ਇਹ ਛੱਡ ਕੇ ਨਹੀਂ ਸਨ ਜਾਣਾ ਚਾਹੁੰਦੇ। ਚੋਪਈ ਉਨਕੀ ਸੂਰਤ ਤੇ ਡਰ ਲਾਗੇ। ਇੰਨੇ ਡਰਾਉਣੇ ਹੋ ਗਏ ਸੀ। ਸੋਹਣਿਆ ਸੋਹਣਿਆ ਮਛੇਰਿਆਂ ਦਾੜਿਆਂ ਵਾਲੇ ਸਿੰਘ, ਨੇਤਰਾਂ ਸੋਹਣਿਆਂ ਵਾਲੇ ਸਿੰਘ, ਬਾਰੇ ਭਰੇ ਜੁੱਸਿਆਂ ਵਾਲੇ ਸਿੰਘ, ਜਿਨ੍ਹਾਂ ਦੇ ਸਰੀਰਾਂ ਦੇ ਅੰਗ ਪ੍ਰਤਿਅੰਗ ਵੱਖੋ ਵੱਖਰੇ ਦਿਸਦੇ ਸੀ। ਭੁੱਖ ਦੇ ਦੁੱਖ ਕਰਕੇ ਕਹਿੰਦੇ ਡਰਾਵਣੇ ਨਜ਼ਰ ਆਉਣ ਲੱਗ ਪਏ ਐ। ਅੱਖਾਂ ਬਾਹਰ ਨੂੰ ਨਿਕਲੀਆਂ ਹੋਈਆਂ ਵੱਖਰੀਆਂ ਦਿਸਦੀਆਂ ਨੇ। ਹੱਡ ਕਹਿੰਦੇ ਕੇਵਲ ਹੱਡ ਹੀ ਦਿਸਦੇ ਆ, ਮਾਸ ਤਾਂ ਨਜ਼ਰ ਹੀ ਨਹੀਂ ਆਉਂਦਾ ਤਨ ਦੇ ਉੱਤੇ। ਕਹਿੰਦੇ ਏਦਾਂ ਡਰਾਵਣੇ ਦਿਸਦੇ ਨੇ। ਜਨ ਕਰ ਗੋਰੋਂ ਨਿਕਲ ਭਾਜੇ। ਕਹਿੰਦੇ ਮਾਨੋ ਜਿਵੇਂ ਕਬਰ ਵਿੱਚੋਂ ਨਿਕਲ ਕੇ ਭੱਜੇ ਨੇ, ਜਿਵੇਂ ਕਿਸੇ ਗੋਰ ਵਿੱਚੋਂ ਕਬਰ ਚੋਂ ਨਹੀਂ ਮੁਰਦਾ ਨਿਕਲਦਾ ਹੁੰਦਾ। ਕਹਿੰਦੇ ਏਦਾਂ ਨਜ਼ਰ ਆਉਂਦੇ ਨੇ, ਜਿਵੇਂ ਕਬਰ ਦੇ ਵਿੱਚ ਤਾਂ ਕੰਕਾਲ ਹੀ ਰਹਿ ਜਾਂਦਾ ਨਾ, ਤੇ ਕਹਿੰਦੇ ਉਸ ਕੰਕਾਲਾਂ ਵਾਂਗੂ ਹੀ ਦਿਸਦੇ ਹਨ। ਉੱਪਰ ਹੱਡ ਨੇ ਦੀਸੇ ਮਾਸ। ਆਟੀ ਹੱਡ ਦਿਸਦੇ ਆ, ਮਾਸ ਨਜ਼ਰ ਨਹੀਂ ਆਉਂਦਾ। ਜਨ ਏ ਮੂਏ ਭਰਤ ਹੈ ਸਾਸ। ਕਹਿੰਦੇ ਮਾਨੋ ਵੀ ਜਾਣੋ ਮੋਏ ਮੋਏ ਸਾਹ ਲੈਂਦੇ ਨੇ,
ਵੀ ਮਰੇ ਪਏ ਵੀ ਸਾਹ ਲੈ ਰਹੇ ਨੇ। ਬਿਨ ਸਾਸਨ ਜਨ ਮੁਰਦੇ ਤੋਰੇ, ਕਹਿੰਦੇ ਮਾਨੋ ਬਿਨਾਂ ਸਾਹਾਂ ਤੋਂ ਹੀ ਮੁਰਦੇ ਟੁਰੇ ਫਿਰਦੇ ਹੋਣ। ਭਾਨ ਮਤੇ ਜਨ ਜਾਦੂ ਜੋਰੇ, ਕਹਿੰਦੇ ਰਾਜਸਥਾਨ ਦੇ ਇਲਾਕੇ ਦੀ ਇੱਕ ਭਾਨਮਤੀ ਨਾਮ ਦੀ ਜਾਦੂਗਰਨੀ ਹੋਈ ਆ, ਰਾਜੇ ਭੋਜ ਦੀ ਪੁੱਤਰੀ। ਕਹਿੰਦੇ ਮਾਨੋ ਜਿਵੇਂ ਉਹ ਜਾਦੂਆਂ ਨਾਲ ਬੰਦੇ ਟੋਰਦੀ ਸੀ ਨਾ, ਕਹਿੰਦੇ ਜਾਦੂਆਂ ਨਾਲ ਮਾਨੋ ਪੁਤਲੇ ਹੀ ਟੁਰ ਰਹੇ ਨੇ, ਉਦਾਂ ਸਾਹ ਚੱਲ ਰਹੇ ਨੇ ਪਰ ਮੁਰਦੇ ਹੀ ਮਾਨੋ ਚੱਲ ਰਹੇ ਹੋਣ। ਤਨ ਕੀ ਹੱਡੀ ਸਭ ਦਿਸ ਪਾਈ, ਤਨ ਦੀ ਇੱਕ ਇੱਕ ਹੱਡੀ ਨਜ਼ਰ ਆਉਂਦੀ ਆ, ਹੱਡੀਆਂ ਵੀ ਸੁੱਕ ਗਈਆਂ ਨੇ। ਫੂਕ ਮਾਰੀ ਤੇ ਜਨ ਉੱਡ ਜਾਏ, ਕਹਿੰਦੇ ਮਾੜੀ ਜੀ ਕੋਈ ਫੂਕ ਮਾਰੇ ਤੇ ਫੂਕ ਨਾਲ ਹੀ ਉੱਡ ਜਾਣ, ਏਦਾਂ ਦੇ ਸਰੀਰ ਹੋ ਗਏ ਨੇ ਸਿੰਘਾਂ ਦੇ। ਜਨ ਕਰ ਕਾਗਜ਼ ਗੁੱਡੀ ਬਣਾਈ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਕਾਗਜ਼ ਦੇ ਜਿਵੇਂ ਪੁਤਲੇ ਜੇ ਨਹੀਂ ਬਣਾਏ ਹੁੰਦੇ ਕਾਗਜ਼ ਜੇ ਦੇ, ਉਹ ਹਵਾ ਨਾਲ ਹੀ ਉੱਡ ਜਾਂਦੇ ਨੇ। ਸਾਤ ਪਵਨ ਕੇ ਉੱਡੇ ਉੱਡੇ ਆਈ, ਉਹ ਹਵਾ ਨਾਲ ਉੱਡ ਉੱਡ ਜਾਂਦੇ ਆ। ਏਦਾਂ ਕਹਿੰਦੇ ਖਲੋ ਨਹੀਂ ਹੁੰਦਾ ਸਿੰਘਾਂ ਕੋਲੋਂ, ਖਲੋਂਦੇ ਆ ਤੇ ਹਵਾ ਦਾ ਝੋਕਾ ਮਾੜਾ ਜਿਹਾ ਆਉਂਦਾ ਤੇ ਡਿੱਗ ਪੈਂਦੇ ਨੇ। ਕੋਈ ਕਹੇ ਉਨ ਮੈਂ ਨਹੀਂ ਸਾਸ, ਕਈ ਪਏ ਹੋਏ ਨੇ ਜ਼ਮੀਨ ਦੇ ਉੱਤੇ ਤੇ ਲਾਗੇ ਤੁਰਕ ਕਈ ਵੇਖ ਲੈਂਦੇ, ਕਹਿੰਦੇ ਇਹਨਾਂ 'ਚ ਸਾਹ ਕੋਈ ਨਹੀਂ ਹਨ। ਇੱਕ ਕੋਲੋਂ ਕਹਿੰਦਾ ਇਹਦੇ ਸਾਹ ਨਹੀਂ ਹਨ। ਹਮ ਦੇਖ ਆਇਓ ਉਨ ਜਾ ਕਰ ਪਾਸ, ਕਹਿੰਦੇ ਅਸੀਂ ਤਾਂ ਕੋਲ ਜਾ ਕੇ ਵੇਖ ਆਏ ਹਾਂ। ਐਸੀ ਦਸ਼ਾ ਉਨੋਂ ਪੈ ਆਈ, ਇਹੋ ਜੀ ਦਸ਼ਾ ਖਾਲਸੇ ਤੇ ਆਣ ਬਣੀ ਐ। ਮਰਨੋਂ ਪਰੇ ਜੀਵਤ ਗਤ ਪਾਈ, ਕਹਿੰਦੇ ਮਰਨ ਤੋਂ ਪਰੇ ਵੀ ਜੀਵਨ ਗਤੀ ਨੂੰ ਪ੍ਰਾਪਤ ਕੀਤਾ। ਇਹਨੂੰ ਮਰਨ ਤੋਂ ਪਰੇ ਵੀ ਜੀਵਨ ਪ੍ਰਾਪਤ ਕਰਕੇ ਬੈਠੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਰਨੋਂ ਪਰੇ, ਮਰਨੋਂ ਪਰੇ ਜੀਵਤ ਗਤ ਪਾਈ। ਮਰਨੋਂ ਤੋਂ ਮਰਨ ਤੋਂ ਪਰੇ ਕਹਿੰਦੇ ਪਏ ਹੋਏ ਨੇ, ਫਿਰ ਵੀ ਉੱਥੇ ਜੀਵਨ ਗਤੀ ਪਾਈ ਬੈਠੇ ਹਨ। ਔਰ ਲਿਖਤ ਕਿਛ ਬਨੇ ਨਾ ਬਾਤ, ਭਾਈ ਰਤਨ ਸਿੰਘ ਜੀ ਕਹਿੰਦੇ ਮੇਰੇ ਕੋਲੋਂ ਕੁਝ ਹੋਰ ਲਿਖ ਨਹੀਂ ਹੁੰਦਾ ਖਾਲਸਾ ਜੀ, ਮੈਂ ਹੋਰ ਕੀ ਲਿਖਾਂ, ਮੇਰੇ ਕੋਲੋਂ ਨਹੀਂ ਲਿਖ ਹੁੰਦਾ। ਹਿਆ ਤੜਪੇ ਸੁਨ ਚਿਤ ਕੰਪਾਤ, ਜਦੋਂ ਮੈਂ ਲਿਖਦਾ ਹਾਂ ਮੇਰਾ ਹਿਰਦਾ ਤੜਫਦਾ ਹੈ, ਜਦੋਂ ਬੋਲਦਾ ਤੇ ਮੇਰਾ ਚਿੱਤ ਕੰਬਦਾ ਹੈ। ਮੈਂ ਕਿਵੇਂ ਲਿਖਾਂ ਆਪਣੇ ਉਹਨਾਂ ਵੀਰਾਂ ਦੀ ਗਾਥਾ ਨੂੰ, ਉਹਨਾਂ ਕਹਾਣੀਆਂ ਨੂੰ ਜੋ ਉਹਨਾਂ ਦੇ ਨਾਲ ਬੀਤੀ ਹੈ। ਬੰਦੇ ਕੀ ਗਤ ਹਮ ਨੇ ਜਾਨੀ, ਕਹਿੰਦੇ ਬੰਦੇ ਦੀ ਗਤ ਨਹੀਂ ਕਿਸੇ ਨੇ ਬਾਹਰ ਜਾਣੀ। ਕਬ ਖਾਏ ਅਨਾਜ ਕਬ ਪੀਏ ਪਾਣੀ, ਉਹ ਕਦੋਂ ਅਨਾਜ ਖਾਂਦਾ ਤੇ ਕਦੋਂ ਪਾਣੀ ਪੀਂਦਾ। ਜੇ ਕੋ ਪੁੱਛੇ ਕਹਿ ਬਰਤ ਮੈਂ ਰਾਖਾ, ਜੇ ਕੋਈ ਸਿੰਘ ਪੁੱਛ ਲੈਂਦਾ ਬਾਬਾ ਜੀ ਤੁਸੀਂ ਵੀ ਭੋਜਨ ਨਹੀਂ ਛਕਿਆ, ਤੇ ਅੱਗੋਂ ਬਾਬਾ ਬੰਦਾ ਸਿੰਘ ਨੇ ਜਵਾਬ ਦੇਣਾ ਖਾਲਸਾ ਜੀ ਵਰਤ ਰੱਖਿਆ ਹੋਇਆ। ਇਹ ਵਰਤ ਵੀ ਸੀ ਖਾਲਸੇ ਦਾ। ਆ ਤਾਂ ਇੱਕ ਦਿਨ ਦਾ ਵਰਤ ਰੱਖਦੇ ਆ ਨਾ, ਛੋੜੇ ਅੰਨ ਕਰਹਿ ਪਾਖੰਡ, ਆ 7 ਮਹੀਨਿਆਂ ਦਾ ਵਰਤ ਸੀ ਖਾਲਸੇ ਦਾ। ਬਾਬਾ ਬੰਦਾ ਸਿੰਘ ਜੀ ਨੂੰ ਕਿਸੇ ਨੇ ਕਹਿਣਾ ਬਾਬਾ ਜੀ ਤੁਸੀਂ ਵੀ ਕਈ ਦਿਨ ਹੋ ਗਏ ਭੋਜਨ ਨਹੀਂ ਛਕਿਆ, ਤੇ ਬਾਬਾ ਜੀ ਨੇ ਅੱਗੋਂ ਦੇ ਵਚਨ ਕਰਨਾ, ਕਹਿੰਦੇ ਖਾਲਸਾ ਜੀ ਵਰਤ ਰੱਖਿਆ ਹੋਇਆ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਰੱਜ ਕੇ ਖਾ ਸਕਣ। ਜਿਹੜੀਆਂ ਸਾਡੀਆਂ ਨਸਲਾਂ ਨੇ ਉਹ ਰੱਜ ਕੇ ਖਾ ਸਕਣ, ਇਸ ਕਰਕੇ ਅਸੀਂ ਵਰਤ ਰੱਖਿਆ ਹੋਇਆ। ਦੇਖਤ ਲੋਕਨ ਉਨ ਕੁਛ ਚਾਖਾ, ਕਹਿੰਦੇ ਕਿਸੇ ਨੇ ਵੇਖਿਆ ਹੀ ਨਹੀਂ ਬਾਬਾ ਜੀ ਨੂੰ ਕੁਝ ਚਖਦਿਆਂ। ਕੋਈ ਕਹੇ ਉਸ ਦੇ ਜਾਹੇ ਵੀਰ, ਕਈ ਲੋਕ ਗੱਲਾਂ ਇਹ ਵੀ ਕਰਦੇ ਆ, ਕਹਿੰਦੇ ਉਹਨੂੰ ਤਾਂ ਵੀਰ ਦੇ ਜਾਂਦੇ ਹੋਣੇ ਹੈ। ਬਾਹਰ ਤੁਰਕ ਜਿਹੜੇ ਨੇ ਉਹ ਕਹਿੰਦੇ ਉਹਨੂੰ ਤਾਂ ਵੀਰ ਦੇ ਜਾਂਦੇ ਹੋਣਗੇ, ਉਹਦੇ ਤਾਂ ਵੀਰ ਨੇ। ਕੋ ਕਹੇ ਉਸ ਤਪਿਓ ਸਰੀਰ, ਕੋਈ ਕਹਿੰਦਾ ਉਹ ਤਪੀਆਂ ਵਾਲਾ ਸਰੀਰ ਆ, ਉਹ ਤਪਸਵੀ ਆ, ਉਹਨੇ ਭੁੱਖਾਂ ਤਰਿਆਂ ਆਪਣੇ ਸਰੀਰ ਤੇ ਹੰਡਾਈਆਂ ਨੇ। ਤਪਸਵੀ ਜੋ ਆ ਉਹ ਤਪੀਆ ਹੈ, ਉਹਨੇ ਆਪਣੇ ਤਨ ਦੇ ਉੱਤੇ ਭੁੱਖ ਤੇ ਤਰੇ ਹੰਡਾਈ ਹੋਈ ਹੈ। ਕੋ ਕਹੇ ਉਸ ਬੂਟੀ ਖਾਈ, ਕੋਈ ਕਹਿੰਦਾ ਉਹਨੇ ਇਹੋ ਜੀ ਬੂਟੀ ਖਾਧੀ ਹੈ ਜਿਹਨੂੰ ਖਾ ਕੇ ਭੁੱਖ ਹੀ ਨਹੀਂ ਲੱਗਦੀ। ਕੋਈ ਇਹ ਵੀ ਕਹਿੰਦਾ, ਕਹਿੰਦੇ ਉਹਨੇ ਇਹੋ ਜੀ ਬੂਟੀ ਖਾਧੀ ਆ ਉਹਨੂੰ ਭੁੱਖ ਨਹੀਂ ਵਿਆਪਦੀ। ਜਾਂ ਤੇ ਉਸ ਭੁੱਖ ਗਈ ਤਜਾਈ, ਇਸੇ ਕਰਕੇ ਉਹਦੀ ਭੁੱਖ ਉਹਨੂੰ ਛੱਡ ਕੇ ਚਲੀ ਗਈ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਸਿੰਘਾਂ ਸਮੇਤ ਇਸ ਗੜੀ ਦੇ ਵਿੱਚ ਟਿਕੇ ਨੇ, ਜਿਵੇਂ ਪਕੜੇ ਜਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਖਾਲਸੇ ਪੰਥ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੂਰਾ ਸੋ ਪਹਿਚਾਨੀਐ ਸੂਰਾ ਸੋ ਪਹਿਚਾਨੀਐ ਸੂਰਾ ਸੋ ਪਹਿਚਾਨੀਐ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਜੋ ਲਰੈ ਦੀਨ ਕੇ ਹੇਤ ਲਰੈ ਦੀਨ ਕੇ ਹੇਤ ਜੋ ਲਰੈ ਦੀਨ ਕੇ ਪੁਰਜਾ ਪੁਰਜਾ ਕੱਟ ਮਰੈ ਪੁਰਜਾ ਪੁਰਜਾ ਕੱਟ ਮਰੈ ਪੁਰਜਾ ਪੁਰਜਾ ਕੱਟ ਮਰੈ ਪੁਰਜਾ ਪੁਰਜਾ ਕੱਟ ਮਰੈ ਕਭੂ ਨ ਛਾੜੈ ਖੇਤ ਕਭੂ ਨ ਛਾੜੈ ਖੇਤ ਕਬਹੁ ਨ ਛਾੜੈ ਖੇਤ ਕਬਹੁ ਨ ਛਾੜੈ ਖੇਤ ਰੋਟੀ ਮੇਰੀ ਕਾਠ ਕੀ ਰੋਟੀ ਮੇਰੀ ਕਾਠ ਕੀ ਰੋਟੀ ਮੇਰੀ ਕਾਠ ਕੇ ਰੋਟੀ ਮੇਰੀ ਕਾਠ ਕੇ ਲਾਵਣ ਮੇਰੀ ਭੁੱਖ ਲਾਵਣ ਮੇਰੀ ਭੁੱਖ ਲਾਵਣ ਮੇਰੀ ਭੁੱਖ ਲਾਵਣ ਮੇਰੀ ਭੁੱਖ ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਬੇਤ ਹੇ ਅਪਰੰਪਰ ਹਰ ਹਰੇ ਐ ਪੀਓਵਣ ਹਾਰੇ ਹੇ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਐ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਕੋਈ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।